ओम शांति। गुड मॉर्निंग। मन बुद्धि ਨੂੰ ਸਭ ਤਰਫ ਤੋਂ ਸਮੇਟ ਕੇ ਮਸਤਕ ਦੇ ਵਿੱਚ ਆਪਣੇ ਚਮਕਦੇ ਹੋਏ ਸੱਤੇ ਸਵਰੂਪ ਨੂੰ ਦੇਖਦੇ। ਮੈਂ ਚਮਕੀਲਾ ਸਿਤਾਰਾ, ਪਿਓਰ એનર્ਜੀ ਆਤਮਾ ਹਾਂ, ਦਿਵਯ ਸ਼ਕਤੀ ਹਾਂ। ਮੈਂ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ। ਇਹ ਪੰਜਾਂ ਤੱਤਾਂ ਦਾ ਸਰੀਰ ਮੇਰਾ ਵਸਤਰ ਹੈ, ਜਿਸ ਨੂੰ ਪਹਿਨਣ ਵਾਲੀ ਸ਼ਕਤੀ ਮੈਂ ਆਤਮਾ ਹਾਂ ਤੇ ਮੈਂ ਆਤਮਾ ਗੁਣਾ ਸ਼ਕਤੀਆਂ ਨਾਲ ਭਰਪੂਰ ਹਾਂ। ਮੈਂ ਆਤਮਾ ਆਪਣੀ ਲੰਬੀ ਯਾਤਰਾ ਤੇ ਹਾਂ। ਇਸ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਤੇ ਅਸੀਂ ਮੁਸਾਫਿਰ ਹਾਂ ਤੇ ਇਸ ਸਮੇਂ ਅਸੀਂ ਆਪਣੀ ਪੂਰੀ ਮੁਸਾਫਰੀ ਤੈਅ ਕਰਕੇ ਜੋ ਡਰਾਮਾ ਦਾ ਅੰਤਿਮ ਸੀਨ ਹੈ ਉਸ ਵਿੱਚ ਹਾਂ ਤੇ ਅੰਤਿਮ ਜਨਮ ਹੈ। ਤੇ ਇਸ ਮੁਸਾਫਰੀ ਦੇ ਵਿੱਚ ਅਸੀਂ ਇੱਥੇ ਆ ਕੇ ਜੋ ਇਸ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਤੋਂ ਆਪਣੇ ਵਿੱਚ ਪਾਰਟ ਪਲੇ ਕਰਦੇ ਕਰਦੇ ਭਰ ਲਿਆ। ਹੁਣ ਸਾਡੇ ਪਿਤਾ ਪਰਮਾਤਮਾ ਆ ਕੇ ਸਾਨੂੰ ਸਮਝ ਦਿੰਦੇ ਕਿ ਜੋ ਵੀ ਇਸ ਦੁਨੀਆ ਵਿੱਚ ਦੁੱਖ ਅਸ਼ਾਂਤੀ ਦਾ ਕਾਰਨ ਬਣਿਆ, ਇਹ ਇਹੀ ਆ ਕਿ ਜੋ ਆਤਮਾ ਦੇ ਵਿੱਚ ਪੰਜ ਵਿਕਾਰ ਰੂਪੀ ਰਾਹੂ ਦੀ ਦਸ਼ਾ ਬੈਠ ਗਈ। ਤੇ ਸਾਡਾ ਪਿਤਾ ਇਸ ਸਮੇਂ ਆ ਕੇ ਸਾਨੂੰ ਐਸੀ ਸਮਝ ਦਿੰਦਾ, ਗਿਆਨ ਦਿੰਦਾ ਕਿ ਉਹ ਸਾਰੀ ਅਗਿਆਨਤਾ ਨੂੰ ਮਿਟਾਉਂਦਾ ਤੇ ਸਾਡੇ ਅੰਦਰ ਜੋ ਛੁਪੇ ਹੋਏ ਖਜ਼ਾਨੇ ਆ ਉਹ ਸਾਨੂੰ ਦਿਵਯ ਬੁੱਧੀ ਨਾਲ ਦਿਖਾਉਂਦਾ। ਤੇ ਅਸੀਂ ਜਿੰਨਾ ਜਿੰਨਾ ਇਸ ਗਿਆਨ ਨੂੰ ਧਾਰਨ ਕਰਦੇ, ਪੜ੍ਹਾਈ ਨੂੰ ਅਟੈਂਸ਼ਨ ਦੇ ਕੇ ਪੜ੍ਹਦੇ ਤੇ ਉਸ ਦੀ ਅੰਦਰ ਧਾਰਨਾ ਕਰਦੇ ਤੇ ਅਸੀਂ ਆਪਣੇ ਖਜ਼ਾਨਿਆਂ ਨੂੰ ਟੇਸਟ ਕਰਦੇ ਤੇ ਉਹ ਸਾਡੀ ਤਾਕਤ ਬਣਦਾ ਜਾਂਦਾ ਕਿ ਇਹ ਗਿਆਨ ਸਾਡੇ ਲਈ ਉਹ ਬਲ ਭਰਦਾ ਜਿਸ ਦੇ ਨਾਲ ਅਸੀਂ ਵਿਕਾਰਾਂ ਰੂਪੀ ਮਾਇਆ ਤੋਂ ਸਹਿਜ ਜਿੱਤ ਪਾ ਲੈਂਦੇ, ਕਿਉਂਕਿ ਆਤਮਾ ਇਸ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਤੋਂ ਨਿਆਰੀ ਆ। ਆਤਮਾ ਪਰਮ ਧਾਮ ਤੋਂ ਆਈ ਆ, ਇਸ ਸ੍ਰਿਸ਼ਟੀ ਦੀ ਰਹਿਣ ਵਾਲੀ ਨਹੀਂ। ਇਹ ਪੰਜਾਂ ਤੱਤਾਂ ਦਾ ਸਰੀਰ ਰੂਪੀ ਵਸਤਰ ਸਾਨੂੰ ਇਸ ਸ੍ਰਿਸ਼ਟੀ ਤੇ ਆ ਕੇ ਮਿਲਿਆ ਤੇ ਇਸ ਨੂੰ ਚਲਾਉਣ ਵਾਲੀ ਸ਼ਕਤੀ ਵੀ ਆਤਮਾ ਹੈ। ਜਿੰਨਾ ਜਿੰਨਾ ਅਸੀਂ ਇਸ ਨੂੰ ਰਿਅਲਾਈਜ਼ ਕਰ ਲੈਂਦੇ ਤੇ ਆਤਮਾ ਦੀ ਪਾਵਰ ਵੱਧਦੀ ਜਾਂਦੀ ਤੇ ਕੋਈ ਵੀ ਪੰਜਾਂ ਤੱਤਾਂ ਦੇ ਸਰੀਰ ਤੇ ਕੁਝ ਵੀ ਹੁੰਦਾ ਉਸ ਨੂੰ ਵੀ ਆਤਮਾ ਨਿਆਰਾ ਹੋ ਕੇ ਦੇਖਦੀ ਕਿ ਜਿੰਨਾ ਜਿੰਨਾ ਅਸੀਂ ਇਸ ਮਨ ਦੀ ਖੁਸ਼ੀ ਦੇ ਨਾਲ ਕਿ ਅਸੀਂ ਆਤਮਾ ਲੱਗ ਗਿਆ, ਇਹ ਦੇਹ ਰੂਪੀ ਕੱਪੜਾ ਲੱਗ ਗਿਆ, ਇਸ ਖੁਸ਼ੀ ਵਿੱਚ ਰਹਿੰਦੇ ਤੇ ਖੁਸ਼ੀ ਸਾਡੀ ਦੁਆ ਬਣ ਜਾਂਦੀ ਤੇ ਜੋ ਦਵਾਈ ਆ ਉਹ ਸਾਡੀ ਐਕਸਰਸਾਈਜ਼ ਬਣ ਜਾਂਦੀ ਤੇ ਇਸ ਦੇ ਨਾਲ ਅਸੀਂ ਸਹਿਜ ਹੀ ਸਰੀਰ ਦੇ ਵੀ ਕਿਸੇ ਵੀ ਕਰਮ ਭੋਗ ਤੇ ਜਿੱਤ ਪਾ ਲੈਂਦੇ ਤੇ ਜਿਸ ਦੇ ਨਾਲ ਹੀ ਅਸੀਂ ਜਿੰਨਾ ਜਿੰਨਾ ਇਸ ਸਮ੍ਰਿਤੀ ਵਿੱਚ ਰਹਿੰਦੇ ਹਰ ਕਰਮਿੰਦਰੀ ਉੱਪਰ ਵੀ ਅਸੀਂ ਜਿੱਤ ਪਾ ਲੈਂਦੇ। ਅੱਜ ਤੱਕ 2 ਯੁੱਗਾਂ ਤੋਂ ਇਹ ਕਰਮਿੰਦਰੀਆਂ ਨੇ ਸਾਨੂੰ ਆਪਣੇ ਵਸ਼ ਕਰਕੇ ਚਲਾਇਆ ਤੇ ਸਾਨੂੰ ਸਾਡੇ ਤੋਂ ਕਿੰਨਾ ਦੂਰ ਕੀਤਾ। ਸਾਰੇ ਸੰਸਾਰ ਵਿੱਚ ਬੁੱਧੀ ਦਾ ਵਿਸਥਾਰ ਕਰ ਲਿਆ। ਕੇਵਲ ਇੱਕ ਜਿਹੜਾ ਮੋਸਟ ਇੰਪੋਰਟੈਂਟ ਪਰਸਨ ਕਿ ਆਤਮਾ ਮੇਰਾ ਆਪਣਾ ਸਰੂਪ ਹੈ ਉਸ ਤੋਂ ਦੂਰ ਰਹੇ, ਉਸ ਨੂੰ ਨਹੀਂ ਮਿਲੇ। ਹੁਣ ਪਿਤਾ ਪਰਮਾਤਮਾ ਆ ਕੇ ਸਾਨੂੰ ਸਾਡੇ ਨਾਲ ਮਿਲਾਉਂਦੇ ਤੇ ਅਸੀਂ ਇਸ ਵਿਸਥਾਰ ਤੋਂ ਸਭ ਤੋਂ ਬੁੱਧੀ ਸਮੇਟ ਕਰ ਸਾਰ ਵਿੱਚ ਆ ਕੇ ਆਪਣੇ ਸੱਤੇ ਸਰੂਪ ਨੂੰ ਦੇਖਦੇ ਤੇ ਆਪਣੇ ਆਂਤਰਿਕ ਸੁੱਖਾਂ ਸ਼ਕਤੀਆਂ ਨੂੰ ਟੇਸਟ ਕਰਦੇ ਤੇ ਬਾਹਰ ਦੀ ਕੋਈ ਡਿਪੈਂਡੈਂਸੀ ਨਹੀਂ ਰਹਿ ਜਾਂਦੀ। ਇਸ ਦੇਹ ਤਾਂ ਦੇਹ ਦੀ ਦੁਨੀਆ, ਦੇਹ ਦੇ ਵਹਿਬੇ ਵਸਤੂਆਂ ਬਾਤਾਂ ਚੋਂ ਬੁੱਧੀ ਸਾਡੀ ਨਿਕਲ ਕੇ ਇੱਕ ਉਸ ਨਿਰਾਕਾਰ ਨਾਲ ਜੁੜ ਜਾਂਦੀ ਤੇ ਜਿਸ ਤੋਂ ਨਿਰੰਤਰ ਸਾਡੀ ਚਾਰਜਿੰਗ ਹੁੰਦੀ। ਇਸ ਸਮ੍ਰਿਤੀ ਵਿੱਚ ਉੱਪਰ ਚੱਲਦੇ ਆਪਣੇ ਘਰ ਪਰਮ ਧਾਮ ਵਿੱਚ ਨਿਰਾਕਾਰੀ ਦੁਨੀਆ ਸਾਡਾ ਆਪਣਾ ਘਰ ਆਪਣੇ ਪਿਤਾ ਪਰਮਾਤਮਾ ਦੇ ਸਨਮੁਖ ਆ ਕੇ ਬੈਠਦੇ ਤੇ ਆਪਣੇ ਪਿਤਾ ਤੋਂ ਆਗਿਆ ਲੈਂਦੇ ਅੱਜ ਦਾ ਸੈਸ਼ਨ ਸ਼ੁਰੂ ਕਰਨੇ ਦੀ ਤੇ ਭਰਪੂਰ ਹੋ ਕੇ ਵਾਪਸ ਲੌਟ ਚੱਲਦੇ ਨੀਚੇ ਪੰਜਾਂ ਤੱਤਾਂ ਦੀ ਦੁਨੀਆ ਤੇ ਗਿਆਨ ਸੂਰਯ ਪਿਤਾ ਦੇ ਗਿਆਨ ਦਾ ਪ੍ਰਕਾਸ਼ ਫੈਲਾਉਂਦੇ ਹੋਏ ਵਾਪਸ ਆਪਣੇ ਮਸਤਕ ਦੇ ਮੱਧੇ ਵਿੱਚ ਆ ਕੇ ਮੈਂ ਆਤਮਾ ਵਿਰਾਜਮਾਨ ਹੁੰਦੀ ਤੇ ਅਸੀਂ ਗॉडली ਸਟੂਡੈਂਟ ਹਾਂ। ਸਾਨੂੰ ਪੜਾਉਣ ਵਾਲਾ ਸਾਡਾ ਸੁਪਰੀਮ ਟੀਚਰ ਨਿਰਾਕਾਰ ਪਿਤਾ ਪਰਮਾਤਮਾ ਹੈ। ਇਸ ਸਮ੍ਰਿਤੀ ਵਿੱਚ ਬੈਠ ਕੇ ਅੱਜ ਦੇ ਆਪਣੇ ਪਿਤਾ ਪਰਮਾਤਮਾ ਦੇ ਮਹਾਵਾਕੇ ਸੁਣਦੇ। ओम शांति।
ਅੱਜ ਦੀ ਆਪਣੀ ਮੁਰਲੀ ਆ December 4th 2023 प्रात मुरली। ओम शांति। बाप दादा मधुबन। मीठे बाबा बोले, मीठे बच्चे, सतगुरु का सहज वशीकरण मंत्र तुम्हें मिला हुआ है कि चुप रहकर मामे कम याद करो। यही माया को अधीन करने का महामंत्र है। ਅੱਜ तक परमात्मा ਨੂੰ खुश ਕਰਨ ਲਈ ਅਸੀਂ ਬਾਹਰ ਤੋਂ ਕਿੰਨਾ ਭਗਤੀ ਕਰਦੇ, ਕੀ ਕੁਛ ਕਰਦੇ, ਪਰ ਆਪਣੇ ਆਪ ਨੂੰ ਨਹੀਂ ਜਾਣਦੇ। ਹੁਣ ਪਰਮਾਤਮਾ ਸਾਨੂੰ ਸਹਿਜ ਕਿਹੜਾ ਵਸ਼ੀਕਰਨ ਮੰਤਰ ਦਿੰਦਾ ਕਿ ਪਹਿਲਾਂ ਆਪਣੇ ਆਪ ਨਾਲ ਕਨੈਕਟ ਹੋ ਜਾਓ, ਆਤਮਾ ਸਮਝੋ ਤੇ ਮਨ ਨੂੰ ਮਨਾ ਕੇ ਮੇਰੇ ਨਾਲ ਲਾਓ ਕਿ ਅਸੀਂ ਆਪਣੇ ਪਿਤਾ ਨੂੰ ਦੇਖੀਏ, ਆਪਣੇ ਆਪ ਨੂੰ ਦੇਖੀਏ, ਫਿਰ ਸਾਨੂੰ ਪਤਾ ਲੱਗਦਾ ਕਿ ਸਾਡਾ ਪਿਤਾ ਕਿੱਦਾਂ ਦਾ, ਅਸੀਂ ਕਿੱਦਾਂ ਦੇ ਬਣ ਗਏ। ਫਿਰ ਸਾਨੂੰ ਸਮਝ ਆਉਂਦੀ ਕੀ ਸਾਡੇ ਵਿੱਚ ਇਸ ਸ੍ਰਿਸ਼ਟੀ ਦਾ ਜੋ ਆ ਰੋਂਗ ਭਰ ਗਿਆ, ਜਿਸ ਕਾਰਨ ਅਸੀਂ ਐਸੇ ਬਣੇ ਤੇ ਸਾਡਾ ਪਿਤਾ ਕਿੰਨਾ ਪਿਓਰ ਆ। ਤੇ ਬਾਬਾ ਕਹਿੰਦੇ ਚੁੱਪ ਰਹਿ ਕੇ ਮਾਮੇ ਕਮ ਯਾਦ ਕਰੋ। ਯਾਦ ਕਰੋ, ਯਾਦ ਕਰਨ ਦਾ ਮਤਲਬ ਵੀ ਗਿਆਨ ਵਿੱਚ ਆਪਾਂ ਨੂੰ ਪਤਾ ਆ, ਚੁੱਪ ਰਹਿ ਕੇ ਕੋਈ ਅੰਦਰ ਰਟਣਾ ਜਪਣਾ ਨਹੀਂ, ਕਿ ਸੈਲਫ ਰਿਅਲਾਈਜ਼ੇਸ਼ਨ ਕਰਦੇ ਜਾਓ। ਪਰਮਾਤਮਾ ਨੇ ਸਾਰਾ ਗਿਆਨ ਬੁੱਧੀ ਵਿੱਚ ਦਿੱਤਾ ਕਿ ਆਤਮਾ ਸੱਤੋ ਗੁਣੀ ਆ, ਤੇ ਇਹ ਵੀ ਸਾਨੂੰ ਸਮਝ ਦੇ ਦਿੱਤੀ ਕਿ ਜੋ ਵਿਕਾਰ ਸਾਡੇ ਵਿੱਚ ਆਏ ਆ ਇਹ ਸਾਡੇ ਨੇ, ਇਹ ਭੂਤਾਂ ਦੀ ਪ੍ਰਵੇਸ਼ਤਾ ਆ। ਤੇ ਫਿਰ ਜਿੰਨਾ ਅਸੀਂ ਚੁੱਪ ਰਹਿ ਕੇ ਆਪਣੇ ਅੰਦਰ ਆਪਣੀ ਸੈਲਫ ਨੂੰ ਦੇਖਦੇ, ਤਾਂ ਹੀ ਅਸੀਂ ਦੇਖ ਸਕਦੇ ਹਾਂ ਕਿ ਕੀ ਸਾਡੇ ਵਿੱਚ ਕਮੀਆਂ ਕਮਜ਼ੋਰੀਆਂ ਆ, ਕੀ ਗੁਣ ਆ, ਕਿਹਨਾਂ ਨੂੰ ਅਸੀਂ ਮਰਜ ਕਰਨਾ ਤੇ ਕਿਹਨਾਂ ਨੂੰ ਅਸੀਂ ਅੰਦਰ ਖਤਮ ਕਰਨਾ। यही बाबा कहते वशीकरण मंत्र आ, यही माया को अधीन करने का महामंत्र है। फिर ही सानू पता लगू ना माया केड़ी आ ते साडा अपना केड़ा स्वरूप आ। असी अपने स्वरूप नूं ही मर्ज करते जांदे ते माया नूं असी अंदरों विनाश करते जांदे। प्रश्न, शिव बाबा ही सबसे भोला ग्राहक है, कैसे? उत्तर, बाबा कहते, बच्चे तुम्हारे पास देह सहित जो भी पुराना कचरा है वह मैं लेता हूं। कचरा की है साडे विच, असी द्वापर युग तो आत्मा ना समझ अपने आप नूं देह समझण लग गए, बॉडी कॉन्शियस हो गए। बॉडी कॉन्शियस होए तो साडियां कर्म इंद्रियां ने, सेंस ऑर्गन्स ने सानू अपने अधीन करके चलाउणा शुरू किया ते संसार दा जो भी बाहरला व्यर्थ आ, किचड़ा आ, विस्तार आ, विकार आ, वो साडे विच हौली हौली करके भरदे गए। वो साडे संस्कारां विच उतर गया किचड़ा। ते बाबा हुण कहंदे पुराना किचड़ा मैनू दे दिओ। देह सहित जो भी पुराना किचड़ा, देह दा मतलब की आ, जो भी बॉडी कॉन्शियस दे नाल असीं अपनी बुद्धि दी जो सोच बनाई हो आ, बाबा कहंदे ओ मैनू दे दिओ। ते जिहड़ा फिर उहदे नाल किचड़ा भी है बुद्धि विच भरिया आ, वो भी सारा बाप नूं चले जाओ। इदां कोई होर दुनिया विच कह नहीं सकूगा कि अपना पुरानापन किचड़ा सानू दे दो। सो भी तब जब तुम मरने पर आए हो। मरने पर आए हो मतलब की आ, एक तां आपां देव मान तो मरदे आ, पर इस कल्प दे अंत दा जन्मिया है। तुम्हारे सफेद कपड़े भी मरने की ही निशानी है। तुम अभी बाप पर बलि चढ़ते हो। सफेद कपड़े मरने की निशानी मतलब बाबा दा कहण दा की मतलब आ, जो साडे विच इंप्योरिटीज आईयां वो असीं खत्म करके अंदरों आत्मा बेदाग हीरा बनदी, सफेद बनदी, पवित्र बनदी। पर उपरों फिर की आ, जदों पवित्रता दा कुछ भी दिखाउणा होवे उहनूं वाइट कलर दिखाउंदे आ ते उपर असीं कपड़े भी वाइट पाउंदे। ते बाबा कहंदे ये मरने दी निशानी आ कि असीं विकारां तो मरदे, पुराणेपन तो मरदे आ। तुम अभी बाप पर बलि चढ़ते हो। बाप फिर 21 जन्मों के लिए तुम्हें माला माल कर देते हैं। एक जन्म असीं इदां अपना देह अभिमान, मैंपन, मेरापन, बुद्धि का समर्पण बाप नूं करदे, ये आ बलि चढ़ना। फिर बाबा कहते 21 जन्म के लिए माला माल करता हूं। ਆਪਾਂ ਨੂੰ ਪਤਾ ਆ 8 ਜਨਮ ਸਤਯੁਗ, 12 ਜਨਮ ਤ੍ਰੇਤਾ ਯੁਗ ਤੇ ਇਹ ਇੱਕ ਆਪਣਾ ਜੋ ਸੰਗਮ ਯੁਗ ਦਾ ਪਹਿਲਾ ਜਨਮ। ਲਾਸਟ ਤਾਂ ਸਰੀਰ ਦੇ ਹਿਸਾਬ ਨਾਲ ਜਨਮਿਆ ਇਸ ਡਰਾਮਾ ਦਾ, ਪਰ ਪਹਿਲਾ ਜਨਮਿਆ ਜੋ ਆਪਾਂ ਬਾਪ ਦੇ ਬਣੇ ਆ। ਤੇ ਇਹ ਰਲਾ ਕੇ 21 ਜਨਮ। ਬਾਬਾ ਤਾਂ ਕਹਿੰਦੇ 21 ਜਨਮਾਂ ਲਈ ਮਾਲਾ ਮਾਲ ਕਰਦਾ, ਪਰ ਬਾਪ ਉਹੋ ਹੀ ਕਾਊਂਟ ਕਰਦੇ ਜਿਹਦੇ ਵਿੱਚ ਰਿਚਕ ਮਾਤਰ ਵੀ ਦੁੱਖ ਨਾ ਹੋਵੇ, ਵਿਕਾਰ ਨਾ ਹੋਵੇ। पर इस समय का जो आप अपने आप विच हुण भर लिया बाप तो ज्ञान,
ਹੁਣ ਆਪਣਾ ਭਾग्य ਬਣਾ ਲਿਆ, ਉਹ ਕੇਵਲ 21 ਜਨਮ ਨਹੀਂ ਚੱਲੂਗਾ, ਉਹ ਆਪਣਾ ਸਾਰੇ ਕਲਪ ਆਪਣੇ ਨਾਲ ਚੱਲਦਾ। ਬਾਬਾ ਕਹਿੰਦੇ ਹੁੰਦੇ 3/4 ਸੁੱਖ ਆ ਮੇਰੇ ਬੱਚਿਆਂ ਨੂੰ, ਕਿ ਆ ਜੋ ਵੀ ਪ੍ਰਸਥਿਤੀਆਂ ਬਾਤਾਂ ਜਾਂ ਥੋੜੇ ਪ੍ਰਕਿਰਤੀ ਦੇ ਵੀ ਕੁਝ ਵੀ ਆਪਾਂ ਨੂੰ ਲੱਗਦੇ ਆ, ਇਹ ਆਪਣੇ ਅੰਤ ਦੇ ਜਨਮ ਕਰਕੇ ਹਿਸਾਬ ਕਿਤਾਬ ਚੁਕਤੂ ਹੋਣੇ, ਤਾਂ ਕਰਕੇ ਆਪਾਂ ਨੂੰ ਇਹ ਪ੍ਰੀਖਿਆਵਾਂ ਆਉਂਦੀਆਂ। ਉੱਦਾਂ ਮੈਂ ਸਮਝਦੀ ਆਪਣੇ ਸਾਰੇ ਜਨਮ ਬਹੁਤ ਸੋਹਣੇ ਰਹੇ ਹੋਣਗੇ, ਕਿਉਂਕਿ ਦੇਖੋ ਜਦੋਂ ਅੰਤ ਦਾ ਵੀ ਜਨਮ ਆ, ਆਪਣਾ ਜਨਮ ਕਿੰਨਾ ਸੋਹਣਾ ਆ ਕਿ ਬੁੱਧੀ ਭਟਕਦੀ ਨਹੀਂ, ਬੁੱਧੀ ਇੱਕ ਦੇ ਨਾਲ ਲੱਗੀ ਹੋਈ ਆ। ਜਦੋਂ ਆਪਾਂ ਸੋਹਣਾ ਜਨਮ ਕਹਿੰਦੇ, ਉਹ ਕੋਈ ਬਾਹਰਲੀਆਂ ਪ੍ਰਾਪਤੀਆਂ ਨੂੰ ਦੇਖ ਕੇ ਨਹੀਂ ਕਹਿੰਦੇ, ਕਿ ਮਨ ਦਾ ਸੁੱਖ ਨਹੀਂ ਸੰਸਾਰ ਵਿੱਚ, ਬਾਕੀ ਤਾਂ ਸਭ ਕੁਝ ਬਾਹਰ ਤੋਂ ਸਭ ਕੁਝ ਬਹੁਤ ਆ, ਲੇਕਿਨ ਇੱਕ ਜੋ ਮਨ ਵਸ਼ ਵਿੱਚ ਹੋ ਜਾਣਾ, ਮਨ ਨੂੰ ਠਿਕਾਣਾ ਮਿਲ ਜਾਣਾ, ਆਪਣੀ ਸਮ੍ਰਿਤੀ ਆ ਜਾਣੀ, ਆਪਣੇ ਪਿਤਾ ਦੀ ਸਮ੍ਰਿਤੀ ਆ ਜਾਣੀ, वो बहुत बड़ा ब्लेसिंग है। भक्ति मार्ग में भी बाप सबकी मनोकामनाएं पूर्ण करते हैं। ज्ञान मार्ग में भी सृष्टि के आदि मध्य अंत का ज्ञान दे त्रिकालदर्शी बनाते हैं। ਜਦੋਂ ਤੋਂ ਦੁਆਪਰ ਤੋਂ ਆਪਾਂ ਉਹਨੂੰ ਪੁਕਾਰਨਾ ਸ਼ੁਰੂ ਕਰਦੇ ਭਗਤੀ, ਉਦੋਂ ਵੀ ਸਾਰੀਆਂ ਮਨੋਕਾਮਨਾਵਾਂ ਪਰਮਾਤਮਾ ਹੀ ਸਾਡੀਆਂ ਪੂਰੀਆਂ ਕਰਾਉਂਦੇ ਆ, ਭਾਵੇਂ ਜਿਸ ਨਾਲ ਸਾਡੀ ਅਸੀਂ ਭਗਤੀ ਕਰਦੇ ਹੋਈਏ ਉਹਦੇ ਥਰੂ ਕਰਾਉਂਦਾ ਆ, ਲੇਕਿਨ ਕਰਾਉਣ ਵਾਲਾ ਹੀ ਉਹ ਆ। ਫਿਰ ਬਾਬਾ ਕਹਿੰਦੇ ਜਦੋਂ ਹੁਣ ਗਿਆਨ ਆ ਕੇ ਦਿੰਦਾ, ਉਹਦੇ ਵਿੱਚ ਸਾਨੂੰ ਸਾਰੀ ਸ੍ਰਿਸ਼ਟੀ ਦੇ ਆਦਿ ਮੱਧੇ ਅੰਤ ਦਾ ਗਿਆਨ ਦੇ ਕੇ ਤੀਸਰਾ ਨੇਤਰ ਦੇ ਦਿੰਦਾ ਆ। ਗਿਆਨ ਵੀ ਕਿੰਨਾ ਵੱਡਾ ਉੱਚ ਵੀ ਪ੍ਰਾਪਤੀ ਕਰਾਉਂਦਾ ਆ, ਭਗਤੀ ਵਿੱਚ ਵੀ ਸਾਡੀ ਕਿੰਨੀ ਉਹ ਹੀ ਆ ਕੇ ਮਨੋਕਾਮਨਾਵਾਂ ਪੂਰੀਆਂ ਕਰਦਾ। ਗੀਤ ਹੈ ਭੋਲੇਨਾਥ ਸੇ ਨਿਰਾਲਾ ਕੋਈ ਔਰ ਨਹੀਂ, ਬਿਗੜੀ ਕੋ ਬਣਾने ਵਾਲਾ ਕੋਈ ਔਰ ਨਹੀਂ। ਜਦੋਂ ਇੰਨਾ ਖੇਲ ਵਿਗੜ ਜਾਂਦਾ ਸਾਰੀ ਸ੍ਰਿਸ਼ਟੀ ਦਾ, ਇੰਨੀ ਆਤਮਾ ਜੋ ਵੀ ਇਸ ਸ੍ਰਿਸ਼ਟੀ ਤੇ ਆਈ ਜਾਂਦੀਆਂ, ਪੁਨਰ ਜਨਮ ਚ ਆ ਕੇ ਕਿੱਦਾਂ ਵਿਕਾਰੀ ਬਣੀ ਜਾਂਦੀਆਂ, ਸਾਰਿਆਂ ਦੀ ਬੁੱਧੀ ਉਲਟੀ ਹੋਈ ਜਾਂਦੀ ਕਿ ਕੋਈ ਆਪਣੇ ਆਪ ਨੂੰ ਹੀ ਨਹੀਂ ਜਾਣਦਾ। ਭਾਵੇਂ ਦੁਨੀਆ 'ਚ ਕਿੰਨੀ ਨੌਲੇਜ ਆ, ਕਿਸੇ ਨੂੰ ਆਤਮਾ ਦਾ ਗਿਆਨ ਨਹੀਂ, ਪਰਮਾਤਮਾ ਦਾ ਗਿਆਨ ਨਹੀਂ, ਕਿੰਨੀ ਭਗਤੀ ਆ ਦੁਨੀਆ ਵਿੱਚ, ਪਰ ਜਦੋਂ ਇੱਥੇ ਤੱਕ ਖੇਲ ਵਿਗੜ ਜਾਂਦਾ, ਉਹਨੂੰ ਸਵਾਰਨ ਵਾਲਾ, ਬਿਗੜੀ ਬਣਾਉਣ ਵਾਲਾ ਕੇਵਲ ਪਰਮਾਤਮਾ ਆ। ਹੋਰ ਕੋਈ ਮਨੁੱਖ ਦੇ ਹੱਥ ਵਿੱਚ ਇਹ ਹੈ ਨਹੀਂ ਕਿ ਉਹ ਇਸ ਸ੍ਰਿਸ਼ਟੀ ਨੂੰ ਫਿਰ ਤੋਂ ਠੀਕ ਕਰ ਸਕੇ। ਜੋ ਆਤਮਾ ਦੀ ਬੁੱਧੀ ਉਲਟੀ ਹੋ ਗਈ ਆ, ਉਹ ਕੋਈ ਸਿੱਧੀ ਕਰ ਸਕੇ, ਕਿਸੇ ਕੋਲੇ ਗਿਆਨ नहीं। ओम शांति। बच्चे भोलानाथ के सन्मुख बैठे हुए हैं। व्यापारी लोग कहते हैं ऐसा कोई मत का मूढ़ा कम बुद्धि वाला भोला हो जो 1000-2000 का माल लेकर हमको खूब धन देकर जाए। लौकिक दे विच जो व्यापारी लोग हुंदे आ, वो की कहंदे आ कि सुबह के साई बेड़ा बलने लाई, ग्राहक ऐसा दिलाई कि जो मत का मूढ़ हो, गंड का गूढ़ हो, ਤੇ ਇਦਾਂ ਦਾ ਹੋਵੇ ਜਿਹੜੀ ਮਤ ਨਾ ਇੰਨੀ ਹੋਵੇ ਪਰ ਪੈਸੇ ਵਾਲਾ ਹੋਵੇ, ਤਾਂ ਸਾਡਾ ਚੰਗਾ ਇਦਾਂ ਦਾ ਗ੍ਰਾਹਕ ਹੋਵੇ, ਸਾਡੀ ਚੰਗਾ ਮਾਲ ਖਰੀਦ ਕੇ ਜਾਵੇ ਤੇ ਕੋਈ ਉਹਨਾਂ ਨੂੰ ਪ੍ਰੋਫਿਟ ਹੋਵੇ। ਤਾਂ ਇਦਾਂ ਸਾਨੂੰ ਕੌਣ ਗ੍ਰਾਹਕ ਮਿਲਿਆ? ਪਿਤਾ ਪਰਮਾਤਮਾ, ਜਿਹੜਾ ਆ ਕੇ ਸਾਡਾ ਕੱਖਪਨ ਲੈ ਕੇ ਸਾਨੂੰ ਆਪਣੇ ਗਿਆਨ ਖਜ਼ਾਨੇ ਦੇ ਦਿੰਦਾ। हे भगवान, हमको ऐसा ग्राहक मिलाओ। अब भोलानाथ बाप आकर बच्चों को आदि मध्य अंत का राज समझाए त्रिकालदर्शी बना रहे हैं। कोई इत्थे देखो अखां दी जे किसी दी रोशनी घट हो, कहोगा परमात्मा साडी रोशनी आ जावे, साडियां अखां ठीक हो जाण। परमात्मा आके चलो वो तां जो भी आपां नूं कर्मां अनुसार मिलदा, पर परमात्मा आके एक तीसरा नेत्र ही दे दिंदा, ਜਿਹਦੇ ਨਾਲ ਦੇਖੋ ਆਪਾਂ ਆਪਣੇ ਆਪ ਨੂੰ ਆਪਣੇ ਸਾਰੇ ਚੱਕਰ ਨੂੰ ਜਾਣ ਜਾਂਦੇ। ਇਸ ਜਨਮ ਨੂੰ ਤਾਂ ਕੀ ਸਾਰੇ ਜਨਮਾਂ ਦੀ ਕਹਾਣੀ ਜਾਣ ਜਾਂਦੇ, ਤਿੰਨਾਂ ਲੋਕਾਂ ਨੂੰ, ਤਿੰਨਾਂ ਕਾਲਾਂ ਨੂੰ ਜਾਣ ਜਾਂਦੇ। ਮੇਰੇ ਜੈਸਾ ਗ੍ਰਾਹਕ ਤੁਮਕੋ ਕभी ਮਿਲ ਸਕਤਾ ਹੈ? ਅਸੀਂ ਕੀ ਕਵਾਂਗੇ? ਨਹੀਂ ਬਾਬਾ, ਆਪ ਜੈਸਾ ਗ੍ਰਾਹਕ ਕਿੱਥੇ ਕੋਈ ਮਿਲੂਗਾ ਜਿਹੜਾ ਇੰਨਾ ਪ੍ਰੋਫਿਟ ਕਰਾਉਂਦਾ ਜਨਮਾਂ ਜਨਮੰਤਰਾਂ ਦਾ। तुम उनको अर्पण करते हो, भक्ति मार्ग में बहुत महिमा करते हो। भोलानाथ की महिमा होती है, तुम माता पिता की परमात्मा की महिमा करते हैं। तो मात पिता हम बालिक तेरे, तुमरी कृपा ते सुख कनेरे। सुख कनेरे केड़े आ? जेड़े इस वेले इन्ना वो ज्ञान दे के सानू भरपूर करदा। वे आकर राजयोग सिखलाते हैं, राजाई देते हैं। बाप को कहते हैं जे जो पुराना कचड़ा है वह हम आपके ऊपर बलि चढ़ाते हैं। ਅਸੀਂ ਕੀ ਕਹਿੰਦੇ ਆ ਕਿ ਬਾਬਾ ਜੋ ਵੀ ਇੱਥੇ ਦਾ ਭਰ ਲਿਆ ਉਹ ਸਾਡਾ ਨਹੀਂ, ਸਾਨੂੰ ਸਮਝ ਆ ਗਈ, ਅਸੀਂ ਹੁਣ ਇਹ ਬੁੱਧੀ ਨੂੰ ਤੁਹਾਨੂੰ ਅਰਪਣ ਕਰਦੇ ਆ, ਜੋ ਤੁਸੀਂ ਕਹਿੰਦੇ ਆ ਉਹ ਮਤ ਬੁੱਧੀ ਵਿੱਚ ਭਰ ਕੇ ਉਸੇ ਤੇ ਚੱਲਦੇ ਆ। आप हमको 21 जन्मों के लिए माला माल करते हो,
श्रोफ होते हैं ना, मट्टा सट्टा करते हैं, कमीशन लेते हैं, ये भी कहते हैं कचरा जो भी है दे सैत वह सब तुम्हारा लेता हूं जब तुम मरने पर हो। जब 84 जन्मां दे अंत दा जन्मिया उस दे विच परमात्मा आके सानू फिर तो इस कलयुगी दुनिया दे चक्कर तो बचा के सानू प्यूरीफाई करके फिर तो सतयुग दे लायक बनाउंदे। जहां तुम ब्रह्मा कुमारियों के कपड़े भी सफेद है। क्यों कपड़े सफेद पाउंदे ऊपर? कि आत्मा दी प्यूरिटी दा प्रतीक क्या। जैसे कि तुम मरे पड़े हो, मरने वाले पर हमेशा सफेद चादर डालते हैं कि देवमान तो मरे हैं, कोई भी दाग ना हो। इस समय सबको माया का काला दाग लग गया है, इसको ही राहु का ग्रहण कहा जाता है। चंद्रमा पर भी ग्रहण लगने से काला हो जाता है। तो ये माया का ग्रहण भी सारे विश्व को काला कर देता है। माया किया जो रावण आपा कहने विकार, ये आत्मा जो इन्नी प्योर आ ਉਹਨੂੰ काला कर ਦਿੰਦੀ ਆ। इसमें तत्ववादी सब आ जाते हैं। 5 तत्व भी प्योर सी ਉਹਨੂੰ भी इंप्योर कर ਦਿੰਦੇ ਆ साडे वाइब्रेशन इंप्योरिटी दे। बाप बैठ समझाते हैं ये तुम्हारा राजयोग है, राजयोग से स्वर्ग में रजाई प्राप्त करनी है। राजयोग जो साडी पढ़ाई आ ਇਹਦਾ ਨਾਂ ਆ ਰਾਜਯੋਗ। ਰਾਜਯੋਗ ਦੀ ਪੜ੍ਹਾਈ ਸਾਨੂੰ ਕੀ ਕਰਦੇ ਆ ਕਿ ਜੋ ਪਹਿਲਾਂ ਅਸੀਂ ਆਪਣੇ 3 ਆਪਣੀਆਂ ਸੂਖਸ਼ਮ ਕਰਮਿੰਦਰੀਆਂ ਮਨ ਬੁੱਧੀ ਸੰਸਕਾਰ ਜੋ ਦੇਖਣ ਵਿੱਚ ਨਹੀਂ ਆਉਂਦੀਆਂ, ਪਰ ਜਦੋਂ ਆਤਮਾ ਸੋਚਦੀ ਆ ਉਹ ਮਨ ਆ, ਜਦੋਂ ਆਤਮਾ ਡਿਸੀਜਨ ਲੈਂਦੀ ਆ ਉਹ ਬੁੱਧੀ ਆ, ਇੰਟੈਲੈਕਟ ਆ। ਜਦੋਂ ਉਹ ਆਪਾਂ ਡਿਸੀਜਨ ਲੈ ਕੇ ਉਹਨੂੰ ਕਰਮ ਵਿੱਚ ਲੈ ਆਉਨੇ ਹੱਥਾਂ ਨਾਲ, ਉਹ ਕਰਮ ਕਰ ਲੈਂਦੇ ਆ। ਪਹਿਲਾਂ ਸੋਚ ਚੱਲਦੀ, ਬੁੱਧੀ ਡਿਸੀਜਨ ਲੈਂਦੀ, ਫਿਰ ਉਹ ਆਪਾਂ ਕਰਮ ਵਿੱਚ ਲੈ ਆਉਂਦੇ, ਫਿਰ ਉਹ ਸੰਸਕਾਰ ਬਣ ਜਾਂਦਾ, ਹੈਬਿਟ ਬਣ ਜਾਂਦੀ। ਉਹਦੀ ਮਾਲਕ ਵੀ ਆਤਮਾ ਆ, ਫਿਰ ਆਪਣੀਆਂ ਕਰਮ ਇੰਦਰੀਆਂ ਦੀ ਮਾਲਕ ਵੀ ਆਤਮਾ ਆ। ਪਰ ਬੋਡੀ ਕੌਨਸ਼ੀਅਸ ਹੋਣ ਦੇ ਕਾਰਨ ਅਸੀਂ ਇਹਨਾਂ ਦੇ ਅਧੀਨ ਹੋ ਗਏ। ਹੁਣ ਬਾਬਾ ਆ ਕੇ ਰਾਜਯੋਗ ਸਿਖਾਉਂਦੇ, ਸਾਨੂੰ ਸਾਡੀਆਂ ਕਰਮ ਇੰਦਰੀਆਂ ਦਾ ਰਾਜਾ ਬਣਾਉਂਦੇ, ਇਹਨੂੰ ਆਪਾਂ ਕਹਿੰਦੇ ਸਵਰਾਜੀ ਅਧਿਕਾਰੀ ਬਣਾਉਂਦੇ। ਫਿਰ ਜਿੰਨਾ ਆਪਾਂ ਹੁਣ ਸਵਰਾਜੀ ਅਧਿਕਾਰੀ ਬਣ ਜਾਂਦੇ, ਆਪਣੇ ਕਰਮ ਇੰਦਰੀਆਂ ਨੂੰ ਜਿੱਤ ਲੈਂਦੇ, ਉਹਦੇ ਅਕੋਰਡਿੰਗਲੀ ਸਾਨੂੰ ਅੱਗੇ ਜਾ ਕੇ ਸਤਯੁਗ ਵਿੱਚ ਵਿਸ਼ਵ ਰਾਜੀ ਅਧਿਕਾਰੀ ਬਣਦੇ। ਬਾਬਾ ਨੇ ਉਦੋਂ ਵੀ ਕਿਹਾ ਨਾ, ਜਿੱਦਾਂ ਦਾ ਤਾਜ ਹੁਣ ਹੋਗਾ ਪਿਉਰਿਟੀ ਦਾ, ਸੇਵਾ ਦਾ, ਸਭ ਕਾਸੇ ਦਾ, ਉਦਾਂ ਦਾ ਹੀ ਤਾਜ ਤੁਹਾਨੂੰ ਅੱਗੇ ਜਾ ਕੇ ਮਿਲੂਗਾ। ਉਹਦਾ ਮਦਾਰ ਆ ਪੜ੍ਹਾਈ। तुम राजाओं का राजा बनते हो, नारायणी नशा रहता है। नारायणी नशा किया कि देवता बनते असी। नर से नारायण बनते हैं, लक्ष्मी नारायण का राज्य होता ही है सतयुग में, तो जरूर मुझे अंत में आना पड़े। ये समय है भक्ति मार्ग का। भक्ति मार्ग में दर दर माथा टेकते धक्का खाते रहते हैं। वो भी बाबा कहते होंगे ड्रामा आ, क्योंकि जदों आत्मा नूं इन्ना दुख वध जांदा, कोई रास्ता नहीं दिसदा, फिर होर कोई राह नहीं। आत्मा कित्ते ना कित्ते सुख लभदी आ, दर दर भटकदी आ। भक्तों का रखवाला है भगवान, भगवान का फाला भक्ति का फाला कर देते हैं। सब भक्त तो है परंतु सबको एक जैसा फल नहीं मिलता है। कोई को साक्षात्कार होता है, कोई को पुत्र मिलता है अल्पकाल के लिए। जो भी जिस दियां मनोकामनावां हुंदियां अल्पकाल दियां, परमात्मा ਉਹਦੀ ਭਾਵਨਾ ਦਾ ਭਾੜਾ ਦਿੰਦੇ ਆ, ਜਿਸ ਨੂੰ ਜੋ ਚਾਹੀਦਾ ਭਗਤੀ ਵਿੱਚ ਵੀ। ਪਰ ਉਹਦਾ ਕੀ ਆ? ਅਲਪਕਾਲ ਦਾ ਹੈ, ਇੱਕ ਜਨਮ ਦਾ। किस्म किस्म की मनोकामनाएं पूरी करता हूं। दुनिया में ये किसको पता नहीं कि भगवान आया हुआ है राजयोग सिखलाने। देखो किन्ना ज्ञान आ सारियां नू कि पकार ਉਹਨੂੰ ਰਹੇ ਆ, किन्नी भगती ਵਧੀ जा रही आ, लेकिन किसी ਨੂੰ ਇਹ नहीं पता जिन्हों पकार रहे हो आया आया। समझते हैं वह द्वापर में आया तब राजयोग सिखाया होगा। फिर वहां नर से नारायण कैसे बनेंगे? जद इदां दे बलीव फाल्स बलीव्स बना लए आ कि ਉਹ ਦੁਆਪਰ ਵਿੱਚ ਆਇਆ, ਕਿ ਉਹ ਸਰਬ ਵਿਆਪੀ ਆ। ਬਾਬਾ ਕਹਿੰਦੇ ਫਿਰ ਕਿ ਦੇਵਤਾ ਕਿੱਦਾਂ ਬਣੋਗੇ? ਚਾਹੁੰਦੇ ਅਸੀਂ ਦੇਵਤਾ ਬਣੀਏ, ਹੈ ना, नर तो नारायण बनिए। अभी भी बाप तुम्हें राजयोग सिखलाकर राजाओं का राजा बनाते हैं। यहाँ तो तुम्हें सिर्फ चुप रहना है, मन मना भव। सिर्फ मन नू मना के परमात्मा ना ला के अपने अंदरली चैकिंग करके अंदरली सारी परिवर्तन दी बात आ, और कोई बाहर तो कुछ नहीं करना। यही सतगुरु का सहज वशीकरण मंत्र है। इस मंत्र में बहुत आमदनी है कि इस मंत्र विच आमदनी बहुत आ। आमदनी किद्दां होगी? जदों आत्मा प्योर हो जाओ, आत्मा नू किसी चीज की कमी नहीं रह जाओ। जदों आत्मा प्योर आ, अपने गुणा शक्तियां नाल भरपूर हो गई आ,
ਤਾਂ ਬਾਹਰਲਾ ਜੋ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਦਾ ਸਭ ਕੁਝ ਆ ਉਹ ਤਾਂ ਆਪਣੇ ਆਪ ਚੱਲ ਕੇ ਆਤਮਾ ਕੋਲ ਆਊਗਾ। जे माया को अपने अधीन करने का मंत्र है, माया जीत जगत जीत। ਆਪਾਂ ਕਹਿੰਦੇ ਆ ਨਾ ਮਨ ਜੀਤੇ ਜਗਤ ਜੀਤ, ਫਿਰ ਨਾਲ ਕੀ ਕਹਿ ਦਿੰਦੇ, ਮਨ ਨੂੰ ਕਦੀ ਕਿਸੇ ਨੇ ਜਿੱਤਿਆ ਨਹੀਂ, ਮਨ ਤਾਂ ਕੋੜਾ ਆ, ਮੌਂਕੀ ਮਾਈਂਡ ਆ, ਮਨ ਭਟਕਦਾ ਆ। ਪਰ ਜਦੋਂ ਕਿਸੇ ਨੂੰ ਇਹੀ ਪਛਾਣ ਨਹੀਂ, ਮੈਂ ਆਤਮਾ ਆ, ਮੈਂ ਆਤਮਾ ਮਾਲਿਕ ਆ ਇਸ ਸਰੀਰ ਦੀ, ਮਨ ਬੁੱਧੀ ਸੰਸਕਾਰਾਂ ਦੀ, ਜਿਸ ਤਰ੍ਹਾਂ ਚਾਹੇ ਮੈਂ ਮਨ ਨੂੰ ਚਲਾ ਸਕਦੀ ਹਾਂ। ਮਨ ਦੇ ਵਸ਼ ਹੋਏ ਆ ਬੋਡੀ ਸਮਝ ਕੇ ਆਪਣੇ ਆਪ ਨੂੰ, ਫਿਰ ਤਾਂ ਆਪਣੇ ਆਪ ਮਨ ਨੇ ਕੰਟਰੋਲ ਵਿੱਚ ਨਹੀਂ ਆਉਣਾ। ਜਦੋਂ ਆਤਮਾ ਸਮਝ ਮਾਲਕ ਬਣ ਜਾਂਦੇ ਆ, ਫਿਰ ਅਸੀਂ ਮਨ ਨੂੰ ਡਾਇਰੈਕਟ ਕਰਦੇ ਆ, ਮਨ ਇੱਥੇ ਲੱਗਣਾ, ਇੱਥੇ ਨਹੀਂ ਲੱਗਣਾ, ਇੱਥੇ ਤੇਰਾ ਕੋਈ ਕੰਮ ਨਹੀਂ। ਫਿਰ ਮਨ ਕੀ ਆ, ਮਨ ਸਾਡੇ ਕੰਟਰੋਲ ਵਿੱਚ, ਵਸ਼ ਵਿੱਚ ਆਉਂਦਾ ਜਾਂਦਾ। ਮਨ ਬੱਚਾ ਆ ਨਾ, ਇਹਨੂੰ ਜੋ ਆਪਾਂ ਸਮਝਾਵਾਂਗੇ, ਜੋ ਡਾਇਰੈਕਸ਼ਨ ਦੇਵਾਂਗੇ, ਇਹ ਸਾਡੀ ਗੱਲ ਮੰਨੂਗਾ। ਪਰ ਮਾਲਕ ਬਣ ਕੇ ਸਾਨੂੰ ਪਤਾ ਆ ਇਹਨੂੰ ਕਿੱਥੇ ਲਾਉਣਾ ਆ। ਜੇ ਸਾਨੂੰ ਆਪੇ ਹੀ ਨਹੀਂ ਪਤਾ ਇਹਨੂੰ ਕਿੱਥੇ ਲਾਉਣਾ ਆ, ਕਿ ਅੱਜ ਅਸੀਂ ਆਹ ਸੁਣਿਆ, ਇੱਧਰ ਜਾਂਦੇ, ਉੱਧਰ ਜਾਂਦੇ, ਉੱਧਰ ਜਾਂਦੇ, ਸਾਨੂੰ ਆਪੂ ਨੂੰ ਹੀ ਸਹੀ ਡਾਇਰੈਕਸ਼ਨ ਨਹੀਂ ਮਿਲੀ, ਫਿਰ ਅਸੀਂ ਇਹਨੂੰ ਵੀ ਆਰਡਰ ਕੀ ਸਹੀ ਦੇ ਸਕਦੇ ਨਾ। ਫਿਰ ਤਾਂ ਇਹਨੇ ਜੋ ਸੰਸਾਰ ਵਿੱਚ ਸੁਣੀ ਜਾਂਦਾ, ਜੋ ਸੰਸਾਰ ਕਰਦਾ, ਉਹਦੇ ਪਿੱਛੇ ਪਿੱਛੇ ਜਾਈ ਜਾਂਦਾ, ਵਿਸਥਾਰ ਕਰੀ ਜਾਂਦਾ। भक्ति मार्ग वालों का है मन जीते जगत जीत, इसके लिए वे हठ योग आदि करते हैं। देखो बाबा दा या माया जीते जगत जीत, पहला विकारां नूं जित के फिर जगत नूं जित सकदे। अपने पहला विकार कड्डांगे तां दुनिया वाले कहंदे मन जीते जगत जीत। बाबा सानू माया जीत, मन जीते जगत जीत बनाउंदे। सो भी जगत जीत बनने के लिए नहीं करते हैं, वह तो मुक्ति के लिए करते हैं। बाप आकर कहते हैं, बच्चे देश सहित सर्व धर्माने, मैं फलाने धर्म का हूं, फलाना हूं। किन्ने अपने अपने जो आ हद दे सोच विच बज गए ना, कि मैं मेल आ, मैं फीमेल आ, मैं इस धर्म दा आ, मैं इस जाति दा आ, मैं इस भाषा दा आ। ਜਦੋਂ ਅਸੀਂ ਆਤਮਾ ਸਮਝਦੇ ਹਾਂ, ਬੁੱਧੀ ਬਿਯੋਂਡ ਚਲੀ ਜਾਂਦੀ, ਬੇਹੱਦ ਚ ਚਲੀ ਜਾਂਦੀ। ਸਭ ਆਤਮਾ ਆ, ਭਾਵੇਂ ਕੋਈ ਕਿਸੇ ਵੀ ਧਰਮ ਦਾ ਆ, ਦੇਸ਼ ਦਾ ਆ, ਕੋਈ ਮੇਲ ਆ, ਫੀਮੇਲ ਆ, ਅਮੀਰ ਆ, ਗਰੀਬ ਆ, ਕੋਈ ਵੀ ਆ, ਲੇਕਿਨ ਹੈ ਤਾਂ ਆਤਮਾ ਨਾ, ਸਰੀਰ ਵਿੱਚ ਪਾਰਟ ਪਲੇ ਕਰਦੀ। ਪਰ ਜਦੋਂ ਅਸੀਂ ਦੇਹ ਸਮਝਦੇ ਹਾਂ, ਕਿੰਨੀਆਂ ਹੱਦਾਂ ਆ, ਅਸੀਂ ਕਿੰਨੇ ਲਿਮਟਿਡ ਹੋ ਜਾਂਦੇ। ये सब बातें छोड़ अपने को आत्मा समझ मामे कम याद करो, बस मैं जो मत दे रहा हूं उस पर चलो। बाकी अब तक जो अनेक मतों पर चलते आए, उन सबकी मत छोड़नी पड़े तो तुम्हारा ज्ञान बिल्कुल नया हो गया। समझते हैं इन्हों की बातें तो नई है, जो असी फाल्स बिलीव्स बना लए, इन्ने लिमिटेड बुद्धि हो गए। ਜਦੋਂ ਤੱਕ ਅਸੀਂ ਉਹ ਬਾਕਸਿਸ ਵਿੱਚੋਂ ਨਿਕਲਾਂਗੇ ਨਹੀਂ, ਉਸ ਸੰਕਲਪਾਂ ਦੀਆਂ ਦੀਵਾਰਾਂ ਤੋੜਾਂਗੇ ਨਹੀਂ, ਉਸ ਜਾਲ ਨੂੰ ਕੱਟਾਂਗੇ ਨਹੀਂ ਗਿਆਨ ਦੀ ਕੈਂਚੀ ਨਾਲ, ਅਸੀਂ ਉਹਨਾਂ ਚਿਰ ਨਵੇਂ ਬਣ ਨਹੀਂ ਸਕਦੇ। ਕਿਉਂਕਿ ਉਹ ਪੁਰਾਣੀ ਸੋਚ ਦੇ ਵਿੱਚ, ਪੁਰਾਣੇ ਬਲੀਵਸ ਦੇ ਵਿੱਚ ਅਸੀਂ ਗੋਲ ਗੋਲ ਉੱਥੇ ਘੁੰਮਦੇ ਰਵਾਂਗੇ। ਜਦੋਂ ਅਸੀਂ ਉਹ ਪੁਰਾਣੀ ਸੋਚ ਚੋਂ ਆਪਣੇ ਆਪ ਨੂੰ ਕੱਢ ਕੇ ਆਪਣੇ ਆਪ ਨੂੰ ਸਮਝਾਂਗੇ, ਗਿਆਨ ਨੂੰ ਸਮਝਾਂਗੇ, ਫਿਰ ਸਾਡੇ ਵਿੱਚ ਜੋ ਸਾਡਾ ਓਰੀਜਨਲ ਨੇਚਰ ਆ ਉਹ ਇਮਰਜ ਹੋ। ਫਿਰ ਬਾਬਾ ਕਹਿੰਦੇ ਅਸੀਂ ਨਵੇਂ ਬਣਾਂਗੇ, ਕਿ ਫਰੈਸ਼ ਹੋਵਾਂਗੇ। ਜੋ ਮਾਇਆ ਦੇ ਇੰਨੇ ਮਿੱਟੀ ਕੱਟੇ ਵਿੱਚ ਆਤਮਾ ਕਾਲੀ ਹੋ ਗਈ, ਫਿਰ ਤੋਂ ਗਿਆਨ ਇਸ਼ਨਾਨ ਕਰਕੇ आत्मा रिफ्रेश होती है। तुम बच्चे जब किसी को भी समझाते हो तो पहले उनकी नब्ज देखनी है, सबके सामने एक जैसी बात नहीं करनी है। मनुष्यों की है अनेक मतें, ये बहुत इंपोर्टेंट लाइन है। आपां किसी नूं भी ज्ञान सुनाइए, हर एक आत्मा अपने एक घेरे विच आ, एक बिलीव्स विच आ, ਉਹਨੂੰ देख के बाबा कहते हुंदे नब्ज देख के कि ਕਿਹੜੀ आत्मा ਨੂੰ किस तरह ये ज्ञान दे सकते हैं कि किसी की भावना ਨੂੰ ठेस ना लगे। हर एक ਨੂੰ एक तरह ना ही नहीं असीं ज्ञान समझा सकते, जिद्दां जिद्दां ਉਹਦੇ बिलीव्स आ ਉਹਨੂੰ समझ के ਉਹਦੀ नब्ज ਨੂੰ परख के फिर असीं ਉਹਨੂੰ ज्ञान दे सकते। तुम्हारे में है एक मत, परंतु नंबरवार है। जो अच्छा योग में रहते हैं, धारणा करते हैं, वह जरूर अच्छा समझाएंगे। कम धारणा वाले कम समझाएंगे। कोई भी हो, उनको एक ही सिंपल बात बताओ, भल ग्रस्त व्यवहार में रहते रहो, परंतु कमल फूल समान। तुमको मालूम है कमल के फूल को बाल बच्चे बहुत होते हैं और मिसाल भी उनका ही दिया जाता है।
बाप को भी बाल बच्चे तो बहुत हैं, कमल का फूल खुद पानी के ऊपर रहता है। कमल दे फुੱਲ ਦੀ जो एग्जाम्पल ਆ ਉਹ ਬਹੁਤ ਸੋਹਣੀ ਆ। ਬਾਬਾ ਹਮੇਸ਼ਾ ਕਹਿੰਦੇ ਗ੍ਰਸਥ ਵਿਵਹਾਰ ਵਿੱਚ ਰਹਿ ਕੇ ਜੇ ਤੁਸੀਂ ਗਿਆਨ ਨੂੰ ਉਠਾਉਂਦੇ ਆ, ਸਭ ਕੁਝ ਕਰਦੇ ਹੋਏ, ਫਿਰ ਤੁਸੀਂ ਕਮਲ ਪੁਸ਼ਪ ਸਮਾਨ ਰਹਿੰਦੇ ਆ ਕਿ ਉਹ ਆ ਗਿਆਨ ਦੀ ਧਾਰਨਾ ਕਰਨੀ। ਕਿਉਂਕਿ ਬਾਬਾ ਕਹਿੰਦੇ ਜਦੋਂ ਅਸੀਂ ਗ੍ਰਸਥ ਵਿੱਚ ਰਹਿੰਦੇ ਆ, ਅਸੀਂ ਬਾਲ ਬੱਚਿਆਂ ਸਭ ਕੁਝ ਨੂੰ ਸੰਭਾਲਦੇ, ਜ਼ਿੰਮੇਵਾਰੀ ਨਿਭਾਉਂਦੇ ਆ, ਪਰ ਉਹ ਸਭ ਕੁਝ ਕਰਦੇ ਹੋਏ ਮੈਂਪਨ ਮੇਰਾਪਨ ਕੱਢਣਾ ਕਿ ਮੈਂ ਵੀ ਆਤਮਾ, ਇਹ ਵੀ ਆਤਮਾ ਵਾਂ, ਮੇਰੀ ਜੋ ਡਿਊਟੀ ਮੈਨੂੰ ਮਿਲੀ ਆ ਇਸ ਦੇਹ ਦੇ ਵਿੱਚ ਇਹਨਾਂ ਆਤਮਾ ਨਾਲ ਪਾਰਟ ਪਲੇ ਕਰਨ ਦੀ, ਉਹ ਮੈਂ ਆਤਮਾ ਸਮਝ ਕੇ ਪਾਰਟ ਪਲੇ ਕਰਾਂ। ਜੋ ਵੀ ਇਹ ਮੈਨੂੰ ਦੇਹ ਦੇ ਨਾਲ ਕੁਝ ਵੀ ਮਿਲਿਆ ਆ ਇੱਥੇ ਸ੍ਰਿਸ਼ਟੀ ਤੇ, ਉਹ ਸਭ ਨੂੰ ਵੀ ਆਤਮਾ ਸਮਝ ਕੇ ਉਹ ਆਪਣੀ ਡਿਊਟੀ ਪਲੇ ਕਰਦੀ ਆ ਕਿ ਉਹ ਪਰਮਾਤਮਾ ਨੇ ਮੈਨੂੰ ਇਹ ਡਿਊਟੀ ਦਿੱਤੀ ਆ, ਪਰ ਕਿਤੇ ਵੀ ਰੱਗ ਨਹੀਂ ਫਸਾਉਣੀ। ਜਿੱਦਾਂ ਕਮਲ ਪੁਸ਼ਪ ਦਾ ਬਾਬਾ ਨੇ ਐਗਜ਼ਾਮਪਲ ਦਿੱਤਾ ਕਿ ਉਹਦੇ ਵੀ ਬਹੁਤ ਬਾਲ ਬੱਚੜੇ ਹੁੰਦੇ ਆ, ਪਰ ਉਹ ਥੱਲੇ ਪਾਣੀ 'ਚ ਹੁੰਦੇ ਆ, ਪਰ ਉਹ ਫਿਰ ਵੀ ਨਿਆਰਾ ਰਹਿੰਦਾ, ਅਟੈਚ ਨਹੀਂ ਹੁੰਦਾ ਕਿਤੇ। ਇਦਾਂ ਹੀ ਬਾਬਾ ਕਹਿੰਦੇ ਗ੍ਰਸਥ ਵਿਵਹਾਰ ਵਿੱਚ ਰਹਿਣਾ ਆ, ਕਿਉਂਕਿ ਖੇਲ ਖੇਲਣਾ ਆ, ਪਰ ਕਿਤੇ ਵੀ ਬੁੱਧੀ ਨੂੰ ਅਟਕਾਉਣਾ ਨਹੀਂ, ਨਾ ਹੀ ਖੁਦ ਦੀ ਦੇਹ ਵਿੱਚ ਕਿਸੇ ਨੂੰ ਫਸਾਉਣਾ, ਨਾ ਹੀ ਆਪ ਬੁੱਧੀ ਨੂੰ ਕਿਸੇ ਦੀ ਦੇਹ ਵਿੱਚ ਅਟਕਾਉਣਾ। ਕਿਉਂਕਿ ਹਮੇਸ਼ਾ ਯਾਦ ਰੱਖਣਾ, ਅਸੀਂ ਇਕੱਲੇ ਆਏ ਉੱਪਰ ਤੋਂ ਪਾਠ ਪਲੇ ਕਰਨ, ਇਕੱਲਿਆਂ ਨੇ ਜਾਣਾ। ਇਹ ਯਾਤਰਾ ਦੇ ਵਿੱਚ ਇਹ ਸਾਰੇ ਸਾਡੇ ਸਾਥੀ ਸਹਿਯੋਗੀ ਆ, ਇਹਨਾਂ ਨਾਲ ਮਿਲ ਕੇ ਜੋ ਵੀ ਡਿਊਟੀ ਮਿਲੀ ਆ ਉਹ ਨਿਸ਼ਕਾਮ ਸੇਵਾ ਕਰਨੀ ਆ ਆਪਣੀ ਬਾਪ ਦੀ ਯਾਦ ਵਿੱਚ, ਪਰ ਕਿਤੇ ਵੀ अपनी डिपेंडेंसी नहीं बनानी। बाकी बाल बच्चे नीचे रहते हैं, ये मिसाल अच्छा है। बाबा कहते हैं गृहस्थ व्यवहार में रहो परंतु पवित्र रहो, कि कोई भी इत्थे दी साडे ते धूल ना पवे, ना मोह दी, ना क्रोध दी, हंकार दी, कुछ भी ऐसा ना आवे। ये बात हो गई पवित्रता पर। सो भी इस अंतिम जीवन के लिए पवित्र रह मामेकम याद करो, कि सब कुछ करते हुए, सब साधन भी यूज करते, संबंध भी निभाते हुए, किते भी अपनी आत्मा जो बेदाग हीरा आ कि गुणा शक्तियां ना भरपूर केवल परमात्मा ना बिलोंग कर दिया, ਉਹਦੇ ਉੱਪਰ कोई भी ऐसी मैल नहीं चढ़न देनी। रचना की पालना भी जरूर करनी है। बाबा कहते ਤੁਹਾਡੇ ਬੱਚੇ, ਤੁਹਾਡਾ ਪਰਿਵਾਰ ਤੁਹਾਡੀ ਰਚਨਾ ਆ, ਉਹ ਤੁਹਾਡੀ ਜ਼ਿੰਮੇਵਾਰੀ ਉਹਨਾਂ ਦੀ ਪਾਲਣਾ ਕਰਨੀ ਆ, नहीं तो हठ योग हो जाएगा। ਜੇ ਅਸੀਂ ਉਹ ਛੱਡ ਕੇ ਕਹੀਏ ਨਹੀਂ ਅਸੀਂ ਯੋਗ ਹੀ ਕਰਨਾ, ਫਿਰ ਤਾਂ ਬਾਬਾ ਕਹਿੰਦੇ ਉਹ ਹੱਠ ਯੋਗ ਹੋ ਜਾਊਗਾ। ਕਿ ਸਾਨੂੰ ਅੰਦਰ ਧਾਰਨਾ ਹੀ ਤਾਂ ਹੋਊਗੀ ਜੇ ਅਸੀਂ ਜੋ ਸੰਸਾਰ ਵਿੱਚ ਰਹਿੰਦੇ ਸਭ ਕੁਝ ਕਰਦੇ ਹੋਏ, ਕਿਉਂਕਿ ਜੋ ਆਪਾਂ ਗਿਆਨ ਲੈ ਲੈਨੇ ਇੱਕ ਵਾਰੀ ਸਵੇਰੇ 1 ਘੰਟਾ, ਫਿਰ ਆਪਾਂ ਯੋਗ ਵਿੱਚ ਉਹਦੀ ਧਾਰਨਾ ਕਰ ਲੈਨੇ, ਫਿਰ ਸਾਡਾ ਲੈਬ ਆ ਸਾਡੀ ਹਰ ਰੋਜ਼ ਦੀ ਲਾਈਫ ਪ੍ਰੈਕਟੀਕਲ, ਜਦੋਂ ਅਸੀਂ ਉਹਦੇ ਵਿੱਚ ਆਉਂਦੇ ਆ ਫਿਰ ਸਾਡੇ ਸੰਸਕਾਰਾਂ ਦੇ ਵਿੱਚ ਉਹ ਗਿਆਨ ਉਤਰਦਾ, ਫਿਰ ਅਸੀਂ ਉਹਨੂੰ ਅਪਲਾਈ ਕਰਦੇ, ਫਿਰ ਉਹ ਸਾਡਾ ਪੱਕਾ ਹੁੰਦਾ, ਫਿਰ ਉਹ ਗੁਣ ਸ਼ਕਤੀ ਸਾਡੇ ਅੰਦਰ ਧਾਰਨ ਹੁੰਦੀ। दुनिया में पवित्र तो बहुत रहते हैं, बाल ब्रह्मचारी तो भीष्म पितामह मिसल हो गया। अच्छा बाल ब्रह्मचारी वह जो स्त्री पुरुष दोनों इकट्ठे रह पवित्र रहे। गंधर्वी विवाह की चर्चा तो शास्त्रों में भी है, परंतु कोई जानते नहीं है, ये तो बाप ही समझाते हैं। बाबा कहते हैं बच्चे अब काम चिता के बदले दोनों ज्ञान चिता का हथियाला बांधो। कैसा अच्छा काम तुम ब्राह्मण करते हो। प्रतिज्ञा करनी है पवित्र रहने की, एक दो को सावधान करते तुम दोनों स्वर्ग में चले जाएंगे, जहां तुम इकट्ठे पवित्र रहकर दिखाते हो, इसलिए तुम बड़ा ऊंच पद ले सकते हो। मिसाल दिया जाएगा ना, ज्ञान चिता पर बैठ स्वर्ग में जाकर ऊंच पद पाते हैं, इसमें हिम्मत है बड़ी। अगर पक्के हो चलते रहो तो पद बहुत ऊंच है। देखो आत्मा ਦਾ ਨੈਚੁਰਲ ਸੰਸਕਾਰ ਹੀ ਪਵਿੱਤਰ ਆ, ਪਰ ਜੋ ਸੰਸਾਰ ਕਰਦਾ, ਜੋ ਮੈਲ ਇੰਨੀ ਚੜ ਗਈ ਆ, ਉਹਨੂੰ ਛੱਡਣ ਲਈ ਜਾਂ ਆਪਣੇ ਆਪ ਨੂੰ ਦੇਖਣ ਲਈ ਆਤਮਾ ਦੇ ਵਿੱਚ ਤਾਕਤ ਨਹੀਂ ਰਹੀ ਕਿ ਆਪਣੀ ਅੰਦਰਲੀ ਪਿਉਰਿਟੀ ਨੂੰ ਟੇਸਟ ਕਰ ਸਕੇ, ਜੋ ਸੱਚਾ ਸੁਖ ਆ। ਵਿਕਾਰਾਂ ਵਿੱਚ ਆਤਮਾ ਇੰਨਾ ਗੂੜਾ ਦੂਰ ਚਲੇ ਗਈ ਆ, ਸੰਸਾਰ ਵਿੱਚ ਇੰਨੇ ਵਿਸਥਾਰ ਵਿੱਚ ਚਲੀ ਗਈ ਆ ਕਿ ਸੰਸਾਰ ਤੋਂ ਬੁੱਧੀ ਹਟਦੀ ਨਹੀਂ। ਸੰਸਾਰਾਂ ਦੀ ਜੋ ਵਿਕਾਰੀ ਦੁਨੀਆ ਆ ਚੱਲ ਰਹੀ, ਉਹਦੇ ਵਿੱਚ ਹੀ ਬੁੱਧੀ ਘੁੰਮੀ ਜਾਂਦੀ ਆ, ਉੱਥੋਂ ਦੁੱਖ ਮਿਲ ਰਿਹਾ ਆ, ਪਰ ਫਿਰ ਵੀ ਉਹਨੂੰ ਉਹਦਾ ਟੇਸਟ ਛੱਡਣ ਨੂੰ ਆਤਮਾ 'ਚ ਹਿੰਮਤ ਨਹੀਂ। ਤੇ ਬਾਬਾ ਕਹਿੰਦੇ कि हिम्मत रखनी है, अगर पक्के हो चलते रहो तो पद बहुत ऊंच है।
फिर सर्विस पर भी मदार है। जो बहुत सर्विस करेंगे, प्रजा बनाएंगे, वे पद भी अच्छा पाएंगे। बाबा मम्मा से भी ऊंच चला जाना चाहिए। देखो एक माता पिता या जो कहते कि मेरे तो भी ऊपर जान मेरे बच्चे, परंतु जैसे बाबा कहते हैं वह दोनों क्रिश्चियन अगर आपस में मिल जाएं तो विश्व के मालिक बन जाएं। ऐसे जोड़ा कोई निकले जो माँ बाप से ऊंच जाए, सो है नहीं। जगदम्बा जगत पिता ही नामी ग्रामी है। इन जैसी सर्विस कर नहीं सकेंगे कि ब्रह्मा बाबा और मम्मा ये निमित्त बने हुए हैं, इसलिए कभी हार्ट फेल नहीं होना चाहिए। अच्छा मम्मा बाबा जैसा नहीं तो सेकंड नंबर में तो बन सकते हो। देखो बाबा ਦਾ ਬੱਚਿਆਂ ਨਾਲ ਕਿੰਨਾ ਪਿਆਰ ਆ। ਬਾਬਾ ਕਹਿੰਦੇ ਮੰਮਾ ਬਾਬਾ ਜੈਸਾ ਬਣਨਾ ਚਾਹੀਦਾ ਪਹਿਲਾਂ ਤਾਂ, ਪਰ ਜੇ ਉਹ ਨਹੀਂ ਬਣ ਸਕਦੇ ਸੈਕੰਡ ਨੰਬਰ 'ਚ ਹੀ ਆ ਕੇ ਦਿਖਾਓ। सर्विस पर मदार है, प्रजा और वारिस बनाने हैं तो ये अपनी बातें हैं नहीं। नई दुनिया रचने के लिए जरूर बाप को आना पड़े, वही रचयिता है। वह तो कह देते हैं परमात्मा नाम रूप से न्यारा है। ये परमात्मा ਨੂੰ ਸਰਬਵਿਆਪੀ ਕਹਿ ਦਿੰਦੇ ਨਾ ਕਿ ਨਾਮ ਰੂਪ ਤੋਂ ਹੀ ਨਿਆਰਾ ਆ। ਨਾਮ ਰੂਪ ਤੋਂ ਨਿਆਰਾ ਕਿਦਾਂ? ਸਾਡੇ ਵਾਂਗੂ ਦੇਹ ਨਹੀਂ, ਸਾਡੇ ਵਰਗਾ ਰੂਪ ਨਹੀਂ, ਉਹਨੂੰ ਪੰਜਾਂ ਤੱਤਾਂ ਦਾ ਸਰੀਰ ਨਹੀਂ, ਉਹ ਗਰਭ 'ਚ ਨਹੀਂ ਆਉਂਦਾ, ਪਰ ਨਾਮ ਰੂਪ ਤੋਂ ਨਿਆਰੀ ਕੋਈ ਬਾਬਾ ਕਹਿੰਦੇ ਚੀਜ਼ ਹੁੰਦੀ ਨਹੀਂ। ਜੇ ਆਪਾਂ ਕਹਿੰਦੇ ਆ ਅਸਮਾਨ ਆ, ਉਹ ਕੋਈ ਉਹਦਾ ਰੂਪ ਨਹੀਂ, ਪਰ ਉਹਦਾ ਨਾਂ ਤਾਂ ਹੈ ਨਾ, ਆਸਮਾਨ ਉਹਨੂੰ ਕਹਿੰਦੇ ਆ। ਫਿਰ ਬਾਬਾ ਕਹਿੰਦੇ ਇਦਾਂ ਹੀ ਪਰਮਾਤਮਾ, ਪਰਮਾਤਮਾ ਉਹਦਾ ਸਰੂਪ ਆ ਜੋਤੀ ਬਿੰਦੂ, ਤੇ ਉਹਦਾ ਨਾਮ ਆ ਸ਼ਿਵ, ਤੇ ਉਹ ਰਹਿਣ ਵਾਲਾ ਪਰਮ ਧਾਮ ਦਾ। ਉਹ ਕੋਈ ਇਹ ਨਹੀਂ ਵੀ ਜੇ ਉਹਦਾ ਕੋਈ ਸਾਡੇ ਵਰਗਾ ਸਰੀਰ ਨਹੀਂਗਾ ਤਾਂ ਕਣ ਕਣ ਵਿੱਚ ਆ, ਹਰੇਕ ਦੇ ਵਿੱਚ ਆ, ਉਹ ਨਹੀਂ, ਉਹਦਾ ਆਪਣਾ ਸਥਾਨ ਹੈ, ਆਪਣਾ ਘਰ ਆ ਰਹਿਣ ਲਈ। परंतु ऐसा ऐसा है नहीं, उनका भी कोई दोष नहीं, तकदीर में हो तो समझे। बहुत आते हैं जो समझते भी हैं कि बात तो बरोबर ठीक है। देखो जिन्हां दी बुद्धि नूं तां टच कर जांदा, तीसरा नेत्र खुल जांदा, अपने आप नूं रियलाइज कर लेंदे कि मैं हाँ मैं एनर्जी हाँ, उन्होंने फील होने लग जाता मैं देह तो न्यारी कोई शक्ति हाँ जो इस देह नूं चला रही हाँ। फिर उन्होंने तीजे नेत्र ना परमात्मा भी दिसन लगूगा कि हाँ जिद्दां मैं आत्मा एनर्जी, मेरा पिता भी परमात्मा है, ऑलमाइटी अथॉरिटी आ, तो ਉਹਦੇ ਨਾਲ ਕਨੈਕਸ਼ਨ ਲੱਗਣ ਲੱਗ ਜਾਊਗਾ। ਕੋਈ ਦੋ ਅੱਖਾਂ ਨਾਲ ਦੇਖਣ ਦੀ ਜ਼ਰੂਰਤ ਨਹੀਂ, ਕੋਈ ਵੀ ਸਾਨੂੰ ਸਾਹਮਣੇ ਕੁਝ ਦਿਸੇ ਉਹ ਜ਼ਰੂਰਤ ਨਹੀਂ, ਇਹ ਸਮਝ ਦੀ ਗੱਲ ਆ। ਅੰਦਰ ਜਦੋਂ ਸਮਝ ਆ ਜਾਂਦੀ ਫਿਰ ਬਾਬਾ ਕਹਿੰਦੇ ਕਈ ਆ ਜਿਨ੍ਹਾਂ ਤੇ ਤਕਦੀਰ ਵਿੱਚ ਨਹੀਂ, ਉਹਨਾਂ ਦਾ ਵੀ ਦੋਸ਼ ਨਹੀਂ। ਤੀਸਰਾ ਨੇਤਰ ਨਹੀਂ ਖੁੱਲਦਾ ਤਾਂ ਉਹ ਕਹਿਣਗੇ ਜੋ ਚੀਜ਼ ਦੇਖਣ ਵਿੱਚ ਨਹੀਂ ਆਉਂਦੀ ਸਾਨੂੰ ਸਮਝ ਨਹੀਂ ਆਉਂਦੀ, ਨਾ ਆਤਮਾ ਸਮਝਦੇ ਨਾ ਪਰਮਾਤਮਾ ਨੂੰ ਸਮਝ ਸਕਦੇ। परंतु बहुत आते हैं जो समझते भी हैं बात तो बरोबर ठीक है। कोई कहे आत्मा का नाम रूप नहीं है, तब आत्मा नाम किसका पड़ा? जे कहते आत्मा का नाम रूप नहीं तो बाबा कहते आत्मा भी ना किदा पढ़िया? फिर आत्मा नाम तो है ना। तुम सबको बोलो ये राजयोग है। परम पिता परमात्मा संगम पर आते हैं, राजयोग जरूर संगम पर सिखलाएंगे। ये बाबा कहते कि जदों असी रियलाइज कर लेंदे कि मैं आत्मा आ, ते आत्मा का नाम शरीर ते पड़दा, पर परमात्मा का नाम आत्मा ते पैंदा। पर सानू आत्मा तो कहते ना, आत्मा का भी स्वरूप है ज्योति बिंदु। जदों असी इस चीज़ां नू समझ लेंदे, आत्मा की पूरी इंट्रोडक्शन, फिर असी उहनू बार बार अपने मस्तक विच कहने इत्थे आत्मा मैं रिजाइड करदी हां, फिर उहनू फील करदे हां मैं आत्मा देख रही हां। ਇਹਦੇ ਲਈ ਜਿੰਨਾ ਜਿੰਨਾ ਆਪਾਂ ਇਹ ਆਪਣਾ ਫਸਟ ਲੈਸਨ ਆ ਕਿ ਸਾਰੇ ਚਿੱਕੋ ਇਸੇ ਨੂੰ ਆਪਾਂ ਗਿਆਨ ਦੇਈਏ, ਜੇ ਅਸੀਂ ਆਪ ਅਨੁਭਵ ਨਹੀਂ ਕੀਤਾ ਫਿਰ ਅਸੀਂ ਦੂਸਰੇ ਨੂੰ ਅਨੁਭਵ ਕਰਾ ਨਹੀਂ ਸਕਾਂਗੇ। ਇਸ ਲਈ ਬਾਰ-ਬਾਰ ਪਹਿਲਾਂ ਤਾਂ ਆਪਣੇ ਆਪ ਨੂੰ ਦੇਖਣਾ, ਰਾਜਯੋਗ ਕੀ ਆ, ਆਪਣੀਆਂ ਕਰਮ ਇੰਦਰੀਆਂ ਦਾ ਰਾਜਾ ਬਣਨਾ ਕਿ ਮੈਂ ਆਤਮਾ ਆ, ਮਸਤਕ ਵਿੱਚ ਅੰਦਰ ਬਿਰਾਜਮਾਨ ਆ, ਤੇ ਅੱਖਾਂ ਦੁਆਰਾ ਮੈਂ ਆਤਮਾ ਦੇਖਦੀ ਆ, ਮੁਖ ਦੁਆਰਾ ਮੈਂ ਆਤਮਾ ਬੋਲਦੀ ਆ, ਕੰਨਾਂ ਦੁਆਰਾ ਮੈਂ ਆਤਮਾ ਸੁਣਦੀ ਆ। जे आत्मा निकल जाती आ, अखां तो हैल्दी हुंदियां कई बार, बहुत शरीर भी हैल्दी हुंदा, पर देख क्यों नहीं सकदियां, मुख बोल क्यों नहीं सकदा। जदों अपने आप नूं असीं इदां दी रियलाइजेशन कराउंदे आ, सानूं आत्मा अपने आप अंदर फील हुंदी कि मैं हाँ आत्मा आ। फिर असीं आत्मा नूं देह तो न्यारा भी कर लैने, उपर भी लै जाने, घर भी चल जाने, अपने पिता नूं भी ज्योति बिंदु देखते, फिर असीं उड़ सकदे। जिन्ना चिर ये देह कर्म इंद्रियां दा देह दा भान नहीं छड्डदे, आत्मा उड़ नहीं सकदी। आत्मा नूं इस देह भान ने बोझल किता,
ਦੇ ਭਾਨ ਦੇ ਨਾਲ ਹੀ ਸਾਰੇ ਵਿਕਾਰ ਇਕੱਠੇ ਹੋਏ ਆ। ਦੇ ਭਾਨ ਦੇ ਕਾਰਨ ਹੀ ਅਸੀਂ ਆਪਣੀ ਜੋ ਮਤ ਆ ਜਿਹਦੇ ਵਿੱਚ ਅਸੀਂ ਲਿਮਟਿਡ ਹੋ ਗਏ, ਮੇਰਾ ਧਰਮ, ਮੇਰਾ ਦੇਸ਼, ਮੇਰੀ ਭਾਸ਼ਾ, ਅਸੀਂ ਉਹਦੇ ਵਿੱਚ ਇੰਨਾ ਕੁ ਬੱਝੇ ਹੋਏ ਆ ਕਿ ਅਸੀਂ ਆਤਮਾ ਸਮਝ ਕੇ ਉੜ ਨਹੀਂ ਸਕਦੇ। ਇਹ ਬੰਧਨਾਂ ਨੇ ਸਾਨੂੰ ਬੰਧਿਆ ਆ। ਤਾਂ ਕਰਕੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਰੀਅਲਾਈਜ਼ ਕਰਕੇ, ਆਪਣੇ ਨਾਮ ਰੂਪ ਨੂੰ ਰੀਅਲਾਈਜ਼ ਕਰਕੇ, ਪਰਮਾਤਮਾ ਦੇ ਨਾਮ ਰੂਪ ਨੂੰ ਰੀਅਲਾਈਜ਼ ਕਰਦੇ ਹਾਂ, ਫਿਰ ਇਹ ਧਾਰਨਾ ਹੋਣ ਲੱਗਦੀਆਂ। ਨਹੀਂ ਤਾਂ ਅਸੀਂ ਉੱਥੇ ਹੀ ਆਪਣੇ ਗੋਲ-ਗੋਲ ਚੱਕਰ ਵਿੱਚ ਘੁੰਮਦੇ ਰਹਿੰਦੇ ਆ। राजयोग जरूर संगम युग पर सिखलाएंगे, तब तो पतित को पावन बनाएंगे, तो यहाँ की बात ही न्यारी है। बाप कहते हैं सिर्फ अपने को आत्मा समझो। बाप के पास जाना है, इसमें प्रश्न पूछने की कोई बात ही नहीं है। कहते भी हैं कि हमारी आत्मा को ना दिखाओ, कहते भी है ना सर मेरी आत्मा नू दुख ना दो, पर फिर आत्मा नू जानते तो नहीं, समझते तो नहीं मैं आत्मा आ, समझते तो शरीर आ। ये पाप आत्मा है, पुण्य आत्मा है, कह भी देंदे पाप आत्मा पुण्य आत्मा। आत्मा के लिए कोई कह ना सके कि उनका कोई रूप नहीं होता है। विवेकानंद जब रामकृष्ण के सामने बैठा तो उनको साक्षात्कार हुआ, देखा कि लाइट आई जो मेरे में प्रवेश हुई। ऐसे कुछ बात बताते हैं, तुम बोलो हमारा है राजयोग, कि असी एक बार साक्षात्कार नहीं करते, असी तो साक्षात कहने आ मैं आत्मा आ, मैं इस देह तो न्यारी हाँ, मैं इस देह तो न्यारी होके मन दे नाल अपने शरीर नू भी देख सकती हाँ। जे आपां सैकेंड विच अभ्यास करिए, मैं इस देह तो न्यारी होके अपनी देह नू देखदी हाँ, अपने घर नू देखदे हाँ। असी सैकेंड विच जिथे चाहिए चक्कर ला आउंदे हाँ। कौन लाउंदी आ? आत्मा लाउंदी आ, मन बुद्धि दे नाल। इसमें देह सहित दे के सभी मित्र संबंधियों आदि को भूलना पड़ता है। हम आत्मा उनके बच्चे हैं, आपस में ब्रदरहुड है। अगर सभी फादर हो जाते तो फिर फादर ही फादर तो को प्रार्थना करते, जैसे कहने मेरे विच भी परमात्मा, तेरे विच भी परमात्मा, फिर असी परमात्मा ही परमात्मा नू मन्नी जाते हैं। अभी हम राजयोग सीख रहे हैं, ये है राजाओं का राजा बनने का योग। लक्ष्य किया अपनी कर्मेंद्रियां दा राजा बनना, रजाओं का भी राजा बनने दा साडा एम ऑब्जेक्ट आ जो सी राजयोग सीखते। अभी तो रजाई है नहीं तो समझाना है, हम शांति में रहकर सिर्फ शिव बाबा को याद करते हैं, अपने को शरीर से न्यारा समझते हैं। आत्मा कहती है मैं एक शरीर छोड़ दूसरा लेती हूं, तो नॉलेज का संस्कार आत्मा में रहता है। देखो आपां किन्ने पद्मा पद्म भाग्यशाली हाँ, आपां नूं इह पूरा पता आ मैं आत्मा अजर अमर विनाशी हाँ, एक शरीर लैनी दूजे च जांदी हाँ, ते अपने अंदर इह पूरी तरह नाल नॉलेज भर गई आ, आपां नूं अवेयरनैस आ, पर की आ दुनिया विच इह किसे नूं पता नहीं। सिर्फ दुनिया वाले समझदे आ कि इदां दा कुछ है, पर उन्हां नूं जो पक्की नॉलेज है वो नहीं पता। घड़ी घड़ी आर्गन्स लेना पड़ता है, आत्मा स्टार है, बरकुट्टी के बीच रहती है। आत्मा का साक्षात्कार हुआ तो उसने समझा इनमें इतनी ताकत है जो मुझे आत्मा का साक्षात्कार कराया। देखो आपां तां आप ही हर वेले अपने आप नूं आत्मा समझ दूसरे नूं अनुभव करा सकते हैं। मेरे में 84 जन्मों का पाठ है, अगर 84 लाख जन्म हो तो इतने संस्कार हो जो पता नहीं कहाँ क्या हो जाए। 84 जन्मां ਦੇ ਸਾਡੇ ਵਿੱਚ ਇੰਨੇ ਸੰਸਕਾਰ ਭਰ ਗਏ। ਬਾਬਾ ਕਹਿੰਦੇ ਜੇ 84 ਲੱਖ ਜਨਮ ਹੋਣ ਫਿਰ ਕਿੰਨੇ ਸੰਸਕਾਰ ਭਰ ਜਾਣ, ਕਿੱਦਾਂ ਦੇ ਬਣ ਜਾਵੇ ਆਤਮਾ। 84 जन्म मान सकते हैं, 84 लाख तो मान ना सके। 84 ਲੱਖ ਬਾਬਾ ਨੇ ਉਦੋਂ ਕਿਹਾ ਸੀ ਜੋਨੀਆਂ ਆ, 84 ਲੱਖ ਜਨਮ ਨਹੀਂ ਹੁੰਦੇ, 84 ਜਨਮ ਹੁੰਦੇ ਆ। ਮਨੁष्य ਜੋਨੀ ਵਿੱਚ ਰਹਿੰਦਾ ਆ। अभी हम पावन बन रहे हैं, बाबा ने हमें नर से नारायण बनने के लिए पवित्र बनाया है। ये बहुत अच्छा नशा चाहिए, तुम्हें कोई से भी डिबेट करने की दरकार नहीं। आपां डिबेट नहीं करनी, पर जिथे आपां नूं कई बारी समझाउणा पवे आपां प्यार नाल उत्थे दसना आ कि आपां आत्मा आ। जिद्दां कल असीं किसे फ्यूनल ते गए, बहुत स्पीचिज कीतियां, बहुत पढ़े पढ़े लिखे सी, सारिਆਂ ने बहुत वधिया स्पीचिज कीतियां, पर जदों कोई जांदा आ घर दा दुख तां जरूर हुंदा, पर जे पता होवे कि आत्मा नहीं मरदी, आत्मा तक गल करदे सी, पर नहीं जानकारी होण दे कारण चाहुंदे सी सानूं होर पता लगे ना, फिर उत्थे कई बार आपां प्यार नाल दस भी देना,
पर बहस नहीं किसी ना। अच्छा, ओम शांति। थैंक यू बाबा। हाँ जी राज, के कंटिन्यू करियो। ओम शांति। देह सह दे के सब धर्म त्याग, अपने को आत्मा अशरीरी समझना है। दे सब धर्म, जो भी अपना पुराना बिलीफ सिस्टम बन गया आ ना, जो कुछ भी अपने आप ਨੂੰ समझ बैठे हाँ कि मैं देह हाँ, अपनी डिग्री, अपना धर्म, जो भी ਆਪਾਂ फिजिकल ਲੈਵਲ ਤੇ ਅਚੀਵ ਕੀਤਾ, ਬਾਬਾ ਕਹਿੰਦੇ ਸਾਰਾ ਕੁਝ ਛੱਡ ਕੇ ਕੀ ਮਹਿਸੂਸ ਕਰਨਾ, ਮੈਂ ਆਤਮਾ ਆ। ਫੇਰ ਹੀ ਅੰਦਰਲੀ ਚੀਜ਼ ਨੂੰ ਆਪਾਂ ਫੀਲ ਕਰ ਸਕਦੇ। ਜੇ ਬਾਹਰਲੀ ਕੋਈ ਵੀ ਲੇਅਰ ਆ, ਫਿਰ ਆਤਮਾ ਜੋ ओरिजिनल ਚੀਜ਼ ਆ ਉਹਨੂੰ ਆਪਾਂ ਫੀਲ ਨਹੀਂ ਕਰ ਸਕਦੇ। ਬਾਬਾ विधि ਦੱਸਦੇ ਆ ਆਪਣੇ ਆਪ ਨੂੰ ਮਹਿਸੂਸ ਕਿੱਦਾਂ ਕਰਨਾ। भल हमने शास्त्र आदि पढ़े हैं, परंतु डिस्कस क्यों करें। शास्त्र किया परमात्मा ਦੀ ਮਹਿਮਾ ਆ, ਹਨਾ। ਜੇ ਆਪਾਂ ਕਿਸੇ ਦੀ ਬਹੁਤ ਦੇਰ ਮਹਿਮਾ ਕੀਤੀ ਹੋਵੇ ਤੇ ਉਹ ਪਰਸਨ ਆਪਣੇ ਸਾਹਮਣੇ ਆਣ ਕੇ ਬੈਠਾ ਹੋਵੇ, ਫਿਰ ਆਪਾਂ ਉਹ ਜੋ ਪਹਿਲਾਂ ਕਰਦੇ ਉਹ ਕਰਾਂਗੇ ਜਾਂ ਉਸ ਪਰਸਨ ਦੇ ਨਾਲ ਆਪਾਂ ਰੂਹ ਰਿਹਾਨ ਕਰਾਂਗੇ, ਹਨਾ। ਪਰਮਾਤਮਾ ਦੀ ਅੱਜ ਦਿਨ ਤੱਕ ਮਹਿਮਾ ਕੀਤੀ, ਹੁਣ ਉਹ ਸਾਹਮਣੇ ਆਣ ਕੇ ਬੈਠਾ, ਫਿਰ ਤਾਂ ਉਹਦੇ ਨਾਲ ਉਹਦੀ ਗੱਲਬਾਤ ਕਰਾਂਗੇ। जबकि बाप ने कहा है मामिकम याद करो, और दूसरा फरमान है गृहस्थ व्यवहार में कमल फूल समान पवित्र रहो। एक परमात्मा ਨੂੰ याद करना, दूजा संसार ਵਿੱਚ ਰਹਿੰਦੇ ਹੋਏ ਜੋ ਆਤਮਾ ਦਾ ओरिजिनल ਸੰਸਕਾਰ ਆ ਉਹਦੇ ਵਿੱਚ ਸਥਿਤ ਹੋਣਾ। ਰਹਿਣਾ ਸੰਸਾਰ ਵਿੱਚ ਆ, ਪਰ ਕਿੱਦਾਂ ਦੇ ਬਣ ਕੇ ਰਹਿਣਾ ਜੋ ਆਤਮਾ ओरिजिनल ਹੀ ਆ। योग अग्नि से ही पाप नाश होंगे। भगवान वाच है, भगवान भी परमात्मा है, उनको भी स्टार कहेंगे। ਜਿਹਦੇ ਨਾਲ ਆਪਣੀ ਸੋਚ ਕਨੈਕਟ ਹੋ ਜਾਂਦੀ, ਉਦਾਂ ਦੀ ਆਪਣੇ ਅੰਦਰ એનર્ਜੀ ਫਲੋ ਹੋਣ ਲੱਗ ਜਾਂਦੀ। ਪਰਮਾਤਮਾ ਐਵਰ ਪਿਓਰ ਆ, ਜਦੋਂ ਉਹਨੂੰ ਯਾਦ ਕਰਦੇ ਆਪਣੇ ਅੰਦਰੋਂ ਪਿਓਰਿਟੀ ਆਉਂਦੀ, ਵਿਕਰਮ ਵਿਨਾਸ਼ ਹੁੰਦੇ, ਹੋਰ ਕੋਈ ਵਿਧੀ ਨਹੀਂ। ਭਗਵਾਨ ਵਾਚ ਹੈ, ਭਗਵਾਨ ਵੀ ਪਰਮਾਤਮਾ ਹੈ, ਉनको भी स्टार कहेंगे। ਆਪਾਂ ਨੂੰ ਹੁਣ ਮੈਂ ਸਮਝਦੀ ਬਾਬਾ ਦੇ ਸਾਰੇ ਬੱਚਿਆਂ ਨੂੰ ਕਲੀਅਰ ਆ, ਜੋ ਸਵਰੂਪ ਆਤਮਾ ਦਾ ਆ, ਜੋ ਸਾਈਜ਼ ਆਤਮਾ ਦਾ ਆ, ਪਰਮਾਤਮਾ ਦਾ ਵੀ ਸੇਮ ਰੂਪ ਆ, ਸੇਮ ਸਾਈਜ਼ ਆ। ਉਹ ਵੀ ਪੁਆਇੰਟ ਆਫ ਲਾਈਟ ਆ, ਆਪਾਂ ਵੀ ਪੁਆਇੰਟ ਆਫ ਲਾਈਟ ਆ, पर ਉਹਦੇ संस्कार अलग आ, वो एवर प्योर आ। बहुत पॉइंट्स हैं, एक समय नहीं निकल सकती। आसामी देख युक्ति से उठाना है। बोलो हम भी शास्त्र पढ़ते हैं, परंतु बाप का फरमान है कि सभी को भूल मामिकम याद करो। वह है निराकार, आत्मा को तो सब मानेंगे। ਆਪਾਂ ਸਾਰਿਆਂ ਨੇ ਸ਼ਾਸਤਰ ਪੜ੍ਹੇ ਆ, ਦੁਆਪਰ ਤੋਂ ਲੈ ਕੇ ਕਲਯੁਗ ਤੱਕ ਭਗਤੀ ਮਾਰਗ ਕੀਆ, ਕਿ ਜੋ ਬਾਬਾ ਦੇ ਸਪੈਸ਼ਲ ਸੋਲਸ ਨੇ ਆਣ ਕੇ ਗਿਆਨ ਦਿੱਤਾ, ਜਿਨ੍ਹਾਂ ਦੇ ਸ਼ਾਸਤਰ ਬਣੇ, ਪਰਮਾਤਮਾ ਦੀ ਮਹਿਮਾ ਕੀਤੀ ਆ, ਹਨਾ। ਬਾਬਾ ਕਹਿੰਦੇ ਹੁਣ ਕੀ ਕਰੋ, ਹੁਣ ਜਿਹਨੂੰ ਮੰਗਦੇ ਸੀ, ਜਿਹਦੇ ਲਈ ਸ਼ਾਸਤਰ ਪੜ੍ਹਦੇ ਸੀ, ਉਹ ਆ ਗਿਆ, ਹੁਣ ਉਹਨੂੰ ਯਾਦ ਕਰੋ। विवेकानंद वाले भी मानेंगे, आत्मा तो सभी में है, जरूर उनका बाप होगा ना, जिसको परमपिता परमात्मा कहा जाता है। ये सब पॉइंट्स है ना। ਆਪਾਂ ਕਿਸੇ ਵੀ ਧਰਮ ਵਾਲੇ ਨੂੰ ਗਿਆਨ ਸੁਣਾਈਏ, ਸਰੀਰ ਦਾ ਧਰਮ ਅਲੱਗ ਹੋ ਸਕਦਾ ਜਿੱਥੇ ਸਾਡਾ ਜਨਮ ਹੋਇਆ, ਪਰ ਆਤਮਾ ਕੇਵਲ ਪਰਮਾਤਮਾ ਨੂੰ ਬਿਲੋਂਗ ਕਰਦੀ ਆ ਨਾ। ਕਿਸੇ ਵੀ ਧਰਮ ਵਿੱਚ ਜਨਮ ਹੋਇਆ ਹੋਵੇ, ਕਿਸੇ ਵੀ ਜਾਤੀ ਦੇਸ਼ ਵਿੱਚ ਹੋਵੇ, ਪਰ ਹਰ ਆਤਮਾ परमात्मा ਦੀ संतान ਆ। बाबा कहते ये सब पॉइंट्स है ना, ये सिमरन करने से सदैव पॉइंट्स मिलती रहेगी, स्टीमर भरता रहेगा। जिन्ना जिन्ना ਆਪਾਂ ਮੁਰਲੀ ਦਾ ਚਿੰਤਨ ਕਰਦੇ ਆ, ਆਪਾਂ ਨੂੰ ਨਵੇਂ-ਨਵੇਂ ਪੁਆਇੰਟਸ ਮਿਲਦੇ ਆ। ਕਿਸੇ ਨੂੰ ਕੋਈ ਪੁਆਇੰਟ ਟੱਚ ਕਰੂਗਾ, ਕਿਸੇ ਨੂੰ ਕੋਈ ਪੁਆਇੰਟ ਟੱਚ ਕਰੂਗਾ। ਫਿਰ ਜਦੋਂ ਆਪਾਂ ਗਿਆਨ ਸ਼ੇਅਰ ਕਰਦੇ ਆ, ਫਿਰ ਉਹ ਜਿਹੜੇ ਪੁਆਇੰਟਸ ਆ ਆਪਣੇ ਅੰਦਰ ਕੰਮ ਕਰਦੇ ਆ, ਨੈਚੁਰਲ ਆਪਣੇ ਅੰਦਰ ਉਹ ਭਰਦੇ ਜਾਂਦੇ। ये भी जैसे अविनाशी ज्ञान रत्नों का वखर भरता है। पॉइंट्स नोट कर रिवाइज करो। देखो जे ਆਪਾਂ ਨੂੰ ਇਸ ਵੇਲੇ ਕੋਈ ਕਵੇ ਸੰਸਾਰ ਦੀ ਗੱਲਬਾਤ ਕੋਈ ਸੁਣਾਉਣੀ ਹੋਵੇ, ਆਪਾਂ ਕਿੰਨੀ ਸੁਣਾ ਸਕਦੇ ਆ, ਕਰਕੇ ਕਿੰਨੇ ਜਨਮਾਂ ਤੋਂ ਇਹ ਸੰਸਾਰ, ਇਸ ਦੁਨੀਆ ਨੂੰ ਹੀ ਆਪਣਾ ਸੰਸਾਰ ਬਣਾਇਆ ਆ। ਤੇ ਜਿੰਨਾ ਜਿੰਨਾ ਆਪਾਂ ਬਾਬਾ ਦੇ ਗਿਆਨ ਦਾ ਮਨਨ ਕਰਦੇ ਆ, ਗਿਆਨ ਦੇ ਵਿੱਚ ਬੁੱਧੀ ਰਮਣ ਕਰਦੀ ਆ, ਉਹਨਾਂ ਆਪਣੇ ਅੰਦਰ ਉਹ ਗਿਆਨ ਭਰਦਾ ਜਾਂਦਾ। ये है रतन, इनको धारण करने और लिखने का शौक चाहिए। अच्छी तरह से सबको समझाना है, आत्मा तो सभी में है, उनका नाम रूप नहीं है। रोज
ਸ਼ੁਰੂ ਤੋਂ ਸਾਡੀ ਟੀਚਰ ਨੇ ਸਾਡੀ ਇਹ ਪ੍ਰੈਕਟਿਸ ਕਰਾਈ ਕਿ ਐਵਰੀਡੇ ਮੁਰਲੀ ਦੇ ਪੁਆਇੰਟਸ ਲਿਖੋ, ਜਾਂ ਤੁਸੀਂ ਆਪਣੇ ਜੋ ਚੰਗੇ ਲੱਗਦੇ ਉਹ ਕੱਢ ਕੇ ਲਿਖ ਸਕਦੇ ਆ, ਕਿ ਇੱਕ ਪੇਜ ਤੇ ਲਿਖਣੇ ਆ, 5 ਪੁਆਇੰਟ ਲਿਖੋ, 10 ਪੁਆਇੰਟ ਲਿਖੋ, ਨਹੀਂ ਤਾਂ ਜੋ ਉੱਪਰਲਾ ਹੈਡਿੰਗ ਆਉਂਦਾ ਆ ਉਹ ਲਿਖੋ, ਕੁਐਸਚਨ ਆਨਸਰ ਲਿਖੋ, ਧਾਰਨਾ ਦੇ ਪੁਆਇੰਟ, ਬਲੈਸਿੰਗ ਤੇ ਸਲੋਗਨ। ਕਾਪੀ ਪੈਨ ਲੈ ਕੇ ਇੱਕ ਜਿੱਦਾਂ ਆਪਣੀ ਸਟੂਡੈਂਟ ਲਾਈਫ ਆ ਉੱਤੇ ਜ਼ਰੂਰ ਨੋਟ ਕਰੋ। ਫਿਰ ਕੀ ਹੁੰਦਾ, ਕਦੀ ਆਪਾਂ ਪਿੱਛੇ ਜਾ ਕੇ ਦੇਖ ਸਕਦੇ ਆ, ਤੇ ਜਦੋਂ ਆਪਾਂ ਲਿਖਦੇ ਆ ਆਪਣੀ ਇੱਕ ਪ੍ਰੈਕਟਿਸ ਹੁੰਦੀ ਆ, ਉਸ ਵੇਲੇ ਆਪਣਾ ਬ੍ਰੇਨ ਵੀ ਕੰਮ ਕਰਦਾ, ਅੱਖਾਂ, ਹੱਥ, ਕਿੰਨੀਆਂ ਕਰਮਿੰਦਰੀਆਂ ਇੱਕੋ ਵੇਲੇ ਇਕਾਗਰ ਹੋਣਾ ਸਿੱਖ ਜਾਂਦੀਆਂ। ਜੋ ਪਹਿਲਾਂ ਦੇ ਆਪਣੇ ਇਹ ਸੰਸਕਾਰ ਆ, ਅੱਜ ਕੱਲ ਸਾਰਾ ਕੁਝ ਡਿਜੀਟਲ ਹੋਈ ਜਾਂਦਾ, ਤਾਈਓ ਤਾਂ ਬੁੱਧੀ ਕਿੰਨੀ ਭਟਕਦੀ ਆ। ਪਰ ਜਦੋਂ ਆਪਾਂ ਲਿਖਦੇ ਆ, ਦੇਖਿਓ ਬੁੱਧੀ ਕਿੰਨੀ ਇਕਾਗਰ ਹੁੰਦੀ ਆ। ਪਹਿਲਾਂ ਤਾਂ ਇੱਕ ਇਕਾਗਰਤਾ ਦੀ ਸ਼ਕਤੀ ਭਰੂਗੀ, ਦੂਜੇ ਗਿਆਨ ਰਤਨ ਆਪਣੇ ਕੋਲ ਜਮਾ ਹੁੰਦੇ ਜਾਂਦੇ। ਬਾਬਾ ਕਹਿੰਦੇ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਸਮਝਾਓ ਆਤਮਾ ਕੀ ਚੀਜ਼ ਆ। ऐसे तो कह नहीं सकेंगे आत्मा का रूप है, तो परमात्मा का क्यों नहीं है। इनको कहा ही जाता है परम पिता परमात्मा, परम धाम में रहने वाला। आत्मा ते परमात्मा ਦਾ ਫਰਕ ਕੀ ਆ? परमात्मा कदी जन्म मरण ਵਿੱਚ ਨਹੀਂ ਆਉਂਦੇ, ਉਹ ਵੀ ਪੁਆਇੰਟ ਆਫ ਲਾਈਟ ਆ। ਆਤਮਾ ਵੀ ਪੁਆਇੰਟ ਆਫ ਲਾਈਟ ਆ, पर आत्मा 84 जन्मां ਦਾ ਚੱਕਰ ਲਾਉਂਦੀ ਆ। कितना बच्चों को समझाया जाता है, तो अब सर्विस करके दिखाओ। बाबा तो सर्विस पर इनाम देते हैं, कितना श्रृंगार कराते हैं ज्ञान रत्नों का। हम यहाँ के पद्मपति नहीं बनना चाहते हैं, हमको तो चाहिए विश्व की बादशाही। बाबा कहते हुंदे हाँ, जिन्ना आपां नूं जीवन विच चाहीदा उन्ना कमाओ खाओ, पर समय नूं पहचानदे होए हुण समां की आ। ड्रामा दी क्लोजिंग हो रही आ ना, हुण कमाई करनी आ भविष्य दे लई। जो आपां कहंदे लोक सुखीए परलोक सुहेले, है ना, आ लोक तां अपना संवर गया, परलोक भी संवर जाए, है ना। भविष्य दी विश्व दी बादशाही लई पुरुषार्थ करना, ਉਹਦੇ ਲਈ ਕੀ ਆ, ਆਪਣੇ ਅੰਦਰ ਵੀ ਗਿਆਨ ਨੂੰ ਧਾਰਨ ਕਰਨਾ, ਫਿਰ ਦੂਜਿਆਂ ਨੂੰ ਵੀ ਵੰਡਣਾ। अच्छा, मीठे मीठे सिकील दे बच्चों प्रति माता पिता बाप दादा का याद प्यार और गुड मॉर्निंग। रूहानी बाप की रूहानी बच्चों को नमस्ते। हम रूहानी बच्चों की रूहानी माता पिता बाप दादा को याद प्यार गुड मॉर्निंग और नमस्ते बाबा। थैंक यू बाबा। धारणा के लिए मुख्य सार। फर्स्ट पॉइंट या ज्ञान रतन जो मिलते हैं उन पर विचार सागर मंथन कर समय में धारण करना है। ज्ञान रत्नों से सदा भरपूर रहना है। ज्ञान रतन किया जो परमात्मा आण के ਆਪਾਂ ਨੂੰ ਸੱਚ ਦੱਸਦੇ ਆ, ਟਰੁੱਥ ਆ, ਤੇ ਜੋ ਆਪਾਂ ਨੂੰ ਜੀਵਨ ਜੀਣ ਦੇ ਫਾਰਮੂਲੇ ਮਿਲਦੇ ਆ। अपने नारायणी नशे में रहना है, वाहियात बातें किसी से भी नहीं करनी है, अशरीरी बनने का अभ्यास करना है। नारायणी नशा की हुंदा कि ਅਸੀਂ ਕੀ ਬਣ ਰਹੇ ਆ। ਕਹਿੰਦੇ ਹੁੰਦੇ ਨਾ, ਨਾਰਾਇਣੀ ਨਸ਼ਾ ਚੜ ਗਿਆ ਕਿ ਅਸੀਂ ਨਰ ਤੋਂ ਨਾਰਾਇਣ ਬਣ ਰਹੇ ਆ, ਪਰਮਾਤਮਾ ਆਣ ਕੇ ਸਾਨੂੰ ਮਾਨਸ ਤੋਂ ਦੇਵਤਾ ਬਣਾ ਰਹੇ ਆ। ਤੇ ਫਿਰ ਕਿਹੜੀਆਂ ਗੱਲਾਂ ਆਪਾਂ ਕਰਨੀਆਂ ਚਾਹੀਦੀਆਂ ਜੋ ਦੇਵਤੇ ਕਰਦੇ ਹੋਣਗੇ, ਜੋ ਦੇਵਤਿਆਂ ਦੇ ਗੁਣ ਆ, ਜਿਹੜੇ ਸੰਸਕਾਰ ਅਸੀਂ ਇਥੋਂ ਕੈਰੀ ਫੋਰਵਰਡ ਕਰਨੇ ਚਾਹੁੰਦੇ ਆ ਨਾ। ਤੇ ਵਾਹਿਆਤ ਬਾਤਾਂ ਕੀ ਆ? ਸੰਸਾਰ ਦੀਆਂ ਬਾਤਾਂ, ਜਿਨ੍ਹਾਂ ਦਾ ਕੋਈ ਅਰਥ ਨਹੀਂ, ਜਿਨ੍ਹਾਂ ਦਾ ਕੋਈ ਸਾਰ ਨਹੀਂ। ਬਾਬਾ ਕਹਿੰਦੇ ਹੁੰਦੇ ਟਾਈਮ ਵੇਸਟ ਨਾ ਕਰੋ। ਹਰ ਸਮਾਂ ਸੰਕਲਪ ਸ਼ਵਾਸ ਸਾਡੇ ਖਜ਼ਾਨੇ ਆ, ਇਹਨਾਂ ਨੂੰ ਅਸੀਂ ਕਿੱਥੇ ਯੂਜ਼ ਕੀਤਾ। ਜਿੰਨਾ ਆਪਾਂ ਗਿਆਨ ਦੇ ਰਤਨਾਂ ਨਾਲ ਇਹਨਾਂ ਨੂੰ ਭਰਦੇ ਆ, ਆਪਣੇ ਕਦਮਾਂ 'ਚ ਪਦਮਾਂ ਦੀ ਕਮਾਈ ਹੁੰਦੀ ਜਾਂਦੀ, ਤੇ ਨਹੀਂ ਤੇ ਵੇਸਟ ਹੁੰਦੇ ਜਾਂਦੇ। ਅਸ਼ਰੀਰੀ ਬਣਨੇ ਕਾ ਅਭਿਆਸ ਕਰਨਾ ਹੈ। ਦੇਖੋ ਬਾਬਾ ਆਪਾਂ ਨੂੰ ਦੱਸ ਸਕਦੇ ਆ, ਫਿਰ ਕਰਨਾ ਆਪਾਂ ਆ। ਸਾਰਾ ਦਿਨ ਆਪਾਂ ਕਿੰਨੀ ਪ੍ਰੈਕਟਿਸ ਕਰਦੇ ਆ ਕਿ ਮੈਂ ਆਤਮਾ ਆ। ਕੱਲ ਵੀ ਬਾਬਾ ਨੇ ਮੁਰਲੀ 'ਚ ਕੀ ਕਿਹਾ, ਬ੍ਰਹਮਾ ਬਾਪ ਨੇ ਕੀ ਅਭਿਆਸ ਕੀਤਾ, ਮੈਂ ਆਤਮਾ, ਹੈ ਨਾ। ਲਿਖ ਲਿਖ ਕੇ ਵੀ ਡਾਇਰੀਆਂ ਬਾਬਾ ਕਹਿੰਦੇ ਭਰ ਦਿੱਤੀਆਂ। ਤੇ ਜਿੰਨਾ ਆਪਾਂ ਆਪਣੀ ਪ੍ਰੈਕਟਿਸ ਕਰਦੇ ਆ, ਅੰਤ ਸਮੇਂ ਉਹਨਾਂ ਇਹ ਆਪਣੇ ਕੰਮ ਆਊਗਾ। ਜਿੰਨਾ ਜਿੰਨਾ ਆਤਮਕ ਸਮਰਿੱਧੀ 'ਚ ਸਥਿਤ ਹੁੰਦੇ ਆ, ਆਪਣੀ ਇਕਾਗਰਤਾ ਵੱਧਦੀ ਆ, ਆਤਮਾ ਆਪਣੇ ਗੁਣਾ ਸ਼ਕਤੀਆਂ ਨੂੰ ਟੇਸਟ ਕਰ ਸਕਦੀ। ਅੱਜ ਦੀ ਬਲੈਸਿੰਗ ਆ दुआ और दवा। दुआ और दवा द्वारा तन मन की बीमारी से मुक्त रहने वाले सदा संतुष्ट आत्मा भव। ਜਦੋਂ ਕੋਈ ਬਿਮਾਰ ਹੋਵੇ ਕਹਿੰਦੇ ਹੁੰਦੇ ਨਾ, ਇੱਕ ਦੁਆ ਚਾਹੀਦੀ ਆ, ਇੱਕ ਦਵਾ ਚਾਹੀਦੀ ਆ। ਦਵਾ ਨਾਲੋਂ ਵੀ ਦੁਆ ਕਈ ਵਾਰੀ ਜ਼ਿਆਦਾ ਕੰਮ ਕਰਦੀ ਆ। ਬਾਬਾ ਕਹਿੰਦੇ ਕਿੱਦਾਂ ਇਹ ਕੰਮ ਕਰਦੇ, ਕभी शरीर बीमार भी हो तो शरीर की बीमारी से मन डिस्टर्ब ना हो।
ਜਦੋਂ ਸਮਝੇ ਆਪਾਂ ਨੂੰ ਬਿਮਾਰੀ ਕਿਉਂ ਆਈ ਆ, ਬਿਮਾਰੀ ਆਉਣ ਦਾ ਕਾਰਨ ਕੀ ਆ, ਕਿੰਨਾ ਚਿਰ ਤੱਕ ਰਹਿਣੀ ਆ, ਇੱਥੇ ਇੰਨਾ ਲੰਬਾ ਚੱਕਰ ਲਾਇਆ, ਸਾਡੇ ਜੋ ਹਿਸਾਬ ਕਿਤਾਬ ਬਣੇ ਆ ਉਹ ਸਰੀਰ ਤੇ ਬਿਮਾਰੀ ਆਣ ਕੇ ਵੀ ਨਿਕਲਦੇ ਆ। ਜੇ ਬਿਮਾਰੀ ਆ ਗਈ ਆ, ਬਾਬਾ ਕਹਿੰਦੇ ਹੁੰਦੇ ਹੋਰ ਇੱਕ ਉਹ 100 ਮਣ ਬੋਝ ਉਤਰਿਆ। ਤੇ ਸਾਰੇ ਕਹਿੰਦੇ ਨਾ, ਥੋੜੇ ਦਿਨ ਹੋ ਗਏ ਪਹਿਲਾਂ ਵੀ ਬਾਬਾ ਨੇ ਕਿਹਾ ਸੀਗਾ, ਮਨ ਖੁਸ਼ ਤੋ ਜਹਾਨ ਖੁਸ਼, ਹਨਾ। ਜਦੋਂ ਮਨ ਖੁਸ਼ ਆ ਫਿਰ ਬਿਮਾਰੀ ਵੀ ਸਹਿਜ ਨਿਕਲ ਜਾਊਗੀ। ਤੇ ਜਿਵੇਂ ਬਿਮਾਰੀ ਨੂੰ ਫੜ ਕੇ ਆਪਾਂ ਬੈਠ ਜਾਂਦੇ ਆ, ਫਿਰ ਬਿਮਾਰੀ ਉਨੀ ਹੁੰਦੀ ਨਹੀਂ ਜਿੰਨੀ ਆਪਾਂ ਫੀਲ ਕਰਨ ਲੱਗ ਪੈਂਦੇ। बाबा कहते सदैव खुशी में नाचते रहो तो शरीर भी ठीक हो जाएगा। मन की खुशी से शरीर को चलाओ तो दोनों एक्सरसाइज हो जाएंगी। खुशी है दुआ और एक्सरसाइज है दवाई। बाबा कहते ना, खुशी जैसी खुराक नहीं कि सब कुछ चला जाए लेकिन खुशी नहीं जाए। बाबा कहते शरीर भी छुट्टण वाला होवे, खुशी ना जावे, ताकि जे खुशी खुशी नाल शरीर छड्डिया अगले जन्म विच भी आपां खुश रवांगे। ਤੇ ਜੇ ਦੁਖੀ ਹੋ ਕੇ ਸਰੀਰ ਛੱਡਿਆ ਫਿਰ ਕਿਹੜਾ ਸੰਸਕਾਰ ਲੈ ਕੇ ਜਾਵਾਂਗੇ, ਦੁੱਖਾਂ ਵਾਲਾ। ਹੁਣ ਜਦੋਂ ਆਪਾਂ ਨੂੰ ਸਾਰੀ ਅਵੇਅਰਨੈਸ ਆ, ਕਰਮਾਂ ਦੀ ਗਤੀ ਦਾ ਗਿਆਨ ਆ, ਅੰਤਮਤੀ ਸੋ ਗਤੀ ਕਿੱਦਾਂ ਹੋਵੇ, ਆਪਣੇ ਕਰਮਾਂ ਨੂੰ ਕਿੱਦਾਂ ਸ੍ਰੇਸ਼ਟ ਬਣਾਉਣਾ, ਸਮਾਂ ਕਿੱਦਾਂ ਸਫਲਾ ਕਰਨਾ, ਇਹ ਸਾਰਾ ਗਿਆਨ ਹੁੰਦੇ ਹੋਏ ਫਿਰ ਆਪਾਂ ਉਹਨੂੰ ਗਿਆਨ ਦਾ ਜਦੋਂ ਸਵਰੂਪ ਬਣਦੇ ਆ, ਫਿਰ ਉਹਦਾ ਆਪਾਂ ਨੂੰ ਫਾਇਦਾ ਹੁੰਦਾ ਨਾ। ਬਾਬਾ ਨੇ ਜੋ ਆਪਾਂ ਨੂੰ ਸਮਝ ਦਿੱਤੀ ਹੋਈ ਹੈ, ਬੱਚੇ ਸਦਾ ਖੁਸ਼ ਰਹੋ। खुशी अपनी कोई डिपेंडेंट नहीं किसी चीज ते, खुश रहना आत्मा दा ओरिजिनल संस्कार आ। बाबा कहते एक्सरसाइज है दवाई। एक्सरसाइज अपनी केड़ी आ, बाबा ने आपां नूं दित्ती एक्सरसाइज, बार बार आत्मा समझ के परम धाम जावो, मैं आत्मा शरीर तो न्यारी आ। कल भी बाबा ने कहा सी ना, बंधना तो मुक्त होने की प्रैक्टिस करो। जदों आपां अपने आप नूं शरीर समझदे आ, फिर आपां बंधना दे विच बंधे होए आ। ਤੇ ਜੇ ਆਪਣੀ ਅਵੇਅਰਨੈਸ ਆ, ਮੈਂ ਆਤਮਾ ਆ, ਮੈਂ ਸਰੀਰ ਤੋਂ ਨਿਆਰੀ ਪਰਮ ਧਾਮ ਦੀ ਰਹਿਣ ਵਾਲੀ ਆ, ਆਪਾਂ ਉਸ એનર્ਜੀ ਨਾਲ ਕਨੈਕਟ ਹੁੰਦੇ ਨਾ। ਇਹ ਗੁਈਆ ਬਾਬਾ ਦੀਆਂ ਬਾਤਾਂ, ਇਹਨਾਂ ਨੂੰ ਅੰਦਰ ਸਮਾਉਣਾ, ਸਮਝਣਾ ਆ। ਨਹੀਂ ਤਾਂ ਰੋਜ਼ ਦੀ ਮੁਰਲੀ ਆਉਂਦੀ ਆ, ਆਪਾਂ ਪੜ੍ਹਦੇ ਆ, ਸੁਣਦੇ ਆ, ਅਗਲੇ ਦਿਨ ਫਿਰ ਮੁਰਲੀ ਆ ਗਈ। ਨਹੀਂ, ਗਹਿਰਾਈ 'ਚ ਜਾ ਕੇ ਹਰ ਪੁਆਇੰਟ ਨੂੰ ਸਮਝਣਾ ਆ ਕਿ ਇਸ એનર્ਜੀ ਤੋਂ ਡਿਸਕਨੈਕਟ ਹੋਣਾ। ਸਾਰਾ ਖੇਡ એનર્ਜੀ ਦਾ ਆ ਨਾ। ਸਰੀਰ ਤੇ ਕੋਈ ਨੈਗੇਟਿਵ એનર્ਜੀ ਆਈ ਆ, ਜੋ ਆਪਾਂ ਪਿੱਛੇ ਦਿੱਤੀ ਹੋਈ ਕਦੀ ਬਿਮਾਰੀ ਦੇ ਰੂਪ ਵਿੱਚ ਆਈ ਆ, ਜਿੰਨਾ ਮੈਂ ਆਤਮਾ ਦੇਹ ਤੋਂ ਨਿਆਰੀ ਹੋਊਂਗੀ ਤੇ ਉਹ એનર્ਜੀ ਨਾਲੋਂ ਆਪਾਂ ਡਿਸਕਨੈਕਟ ਹੁੰਦੇ, ਆਤਮਾ ਪਾਵਰਫੁਲ ਹੁੰਦੀ ਆ ਤੇ ਸਰੀਰ ਤੇ ਵੀ ਉਹਦਾ ਅਸਰ ਪੈਂਦਾ। तो दुआ और दवा दोनों से तन मन की बीमारी से मुक्त हो जाएंगे। खुशी से दर्द भी भूल जाएगा। सदा तन मन से संतुष्ट रहना है तो ज्यादा सोचो नहीं, अधिक सोचने से टाइम वेस्ट होता है और खुशी गायब हो जाती है। ਇਹਦਾ ਇਹ ਵੀ ਅਰਥ ਨਹੀਂ ਸਮਝ ਲੈਣਾ ਕਿ ਅਸੀਂ ਕਦੀ ਬਿਮਾਰ ਨਹੀਂ ਹੋਵਾਂਗੇ। 63 ਜਨਮ ਦੇ ਹਿਸਾਬ ਕਿਤਾਬ ਆਪਣੇ ਸਿਰ ਤੇ ਆ। ਸਭ ਤੋਂ ਜ਼ਿਆਦਾ ਚੱਕਰ ਆਪਾਂ ਆਤਮਾਵਾਂ ਨੇ ਲਾਇਆ ਤੇ ਹਿਸਾਬ ਕਿਤਾਬ ਵੀ ਆਪਣੇ ਜ਼ਿਆਦੇ ਆ। ਇੱਥੇ ਹੀ ਚੁਕਤੂ ਹੋ ਜਾਣ, ਉਹ ਸਭ ਤੋਂ ਈਜ਼ੀ ਆ, ਕਰਕੇ ਪਰਮਾਤਮਾ ਨਾਲ ਆ। ਕੁਛ ਵੀ ਹੁੰਦਾ ਆ, ਕਿੰਨਾ ਚਿਰ ਬਿਮਾਰੀ ਚੱਲਦੀ ਆ, ਪਰ ਅਸੀਂ ਉਹ ਕਰਨਾ ਜੋ ਬਾਬਾ ਨੇ ਆਪਾਂ ਨੂੰ ਪ੍ਰੈਕਟਿਸ ਦਿੱਤੀ ਹੋਈ ਆ ਨਾ। ਬਾਬਾ ਕਹਿੰਦੇ ਜ਼ਿਆਦਾ ਸੋਚਦੇ ਆ ਤਾਂ ਟਾਈਮ ਵੇਸਟ ਹੁੰਦਾ, ਹੋਰ ਹੀ ਕਰਮਾਂ ਦੇ ਖਾਤੇ ਬਣ ਜਾਂਦੇ। ਜਿੰਨਾ ਖੁਸ਼ ਰਹਿੰਦੇ ਆ ਉਹਨੇ ਸਹਿਜ ਚੁਕਤੂ ਹੋ ਜਾਂਦੇ ਆ। ਜਦੋਂ ਆਪਾਂ ਯਾਤਰਾ ਤੇ ਜਾਂਦੇ ਆ, ਯਾਤਰਾ ਤਾਂ ਉਨੀ ਆ, ਡਿਊਰੇਸ਼ਨ ਉਹਦੀ ਉਨੀ ਆ। ਜਾਂ ਤਾਂ ਆਪਾਂ ਖੁਸ਼ੀ ਨਾਲ ਉਹਨੂੰ ਪਾਰ ਕਰੀਏ, ਜਾਂ ਰੋਂਦੇ ਕਰਲਾਉਂਦੇ ਪਾਰ ਕਰੀਏ। ਪਾਰ ਤਾਂ ਕਰਨਾ ਪੈਣਾ। ਜਦੋਂ ਖੁਸ਼ ਹੁੰਨੇ ਆ ਤਾਂ ਸਹਿਜ ਪਾਰ ਹੋ ਜਾਂਦਾ। ਬਾਬਾ ਕਹਿੰਦੇ ਸਦਾ ਸੋਚੋ ਅਸੀਂ ਕੀ ਆ, ਸੰਤੁਸ਼ਟ ਆਤਮਾ। ਬਾਹਰ ਤੋਂ ਕੋਈ ਡਿਪੈਂਡੈਂਸੀ ਨਹੀਂ ਗੀ। ਕੋਈ ਬਿਮਾਰੀ ਆਈ, ਕੁਛ ਵੀ ਹੋ ਗਿਆ, ਉਹਦੇ ਵਿੱਚ ਵੀ ਕੰਟੈਂਟਡ ਆ। ਜਿੰਨਾ ਮਨ ਬੁੱਧੀ ਇਕਾਗਰ ਹੋਗਾ, ਟਿਕਿਆ ਹੋਗਾ, ਬਾਤਾਂ परिस्थितियां सहज होके पार होंगियां। श्लोकन विस्तार में भी सार को देखने का अभ्यास करो तो स्थिति सदा एक रस रहेगी। विस्तार किया, ये 5 तत्तां दी दुनिया, ये बॉडी कॉन्शियस है ना, किन्ना विस्तार आ, हर चीज का किन्ना विस्तार आ, किन्नियां ऑप्शनस आ हर चीज दे विच। बाबा कहंदे विस्तार विच भी सार नूं देखो। पहलां तां जदों शरीर नूं देखदे आ, शरीर विस्तार आ ਤੇ ਸਾਰਿਆਂ ਮੈਂ ਆਤਮਾ। ਜੇ ਆਤਮਾ ਨੂੰ ਦੇਖਦੇ ਆ, ਹਰ ਆਤਮਾ 7 ਗੁਣਾਂ ਨਾਲ ਭਰਪੂਰ ਆ। ਇੰਨਾ ਕਹਿ ਕੇ ਫੁੱਲ ਸਟਾਪ ਲੱਗ ਜਾਂਦਾ ਨਾ। ਹਾਂ, ਬਾਕੀ ਆਤਮਾ ਨੇ ਚੱਕਰ ਲਾਇਆ ਤਾਂ ਕਰਕੇ ਅਲੱਗ-ਅਲੱਗ ਸੰਸਕਾਰ ਬਣੇ ਹੋਏ ਆ, ਪਰ ਓਰੀਜਨਲੀ ਤਾਂ ਹਰ ਆਤਮਾ 7 ਗੁਣਾਂ ਦੀ ਬਣੀ ਹੋਈ ਆ। ਫਿਰ ਜੇ ਸਰੀਰ ਨੂੰ ਦੇਖਦੇ ਆ, ਫਿਰ ਕਿੰਨਾ ਵਿਸਤਾਰ ਆ, ਮੇਲ ਆ, ਫੀਮੇਲ ਆ, ਕਿਹੜਾ ਰੰਗ ਆ, ਕਿਹੜੇ ਦੇਸ਼ ਦੇ,
ਕਿਹੜੀ ਬੋਲੀ ਆ, ਕੀ ਕੁਆਲੀਫਿਕੇਸ਼ਨ ਆ, ਕਿਹੜੀ ਕੁਲ ਨੂੰ ਬਿਲੋਂਗ ਕਰਦੇ, ਇਹ ਵਿਸਤਾਰ ਹੋ ਗਿਆ ਨਾ। ਜੋ ਆਪਾਂ ਕਹਿੰਦੇ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ, ਉਹਦਾ ਸਾਰ ਕੀ ਆ? ਆਤਮਾ ਦੇਖੋ। ਮੈਂ ਵੀ ਆਤਮਾ, ਦੂਜਿਆਂ ਨੂੰ ਵੀ ਆਤਮਾ ਦੇਖਣਾ, ਫਿਰ ਆਪਣੀਆਂ ਸ਼ਕਤੀਆਂ ਵੇਸਟ ਨਹੀਂ ਹੁੰਦੀਆਂ। ਆਤਮਾ ਨੂੰ ਦੇਖਦੇ ਆ, ਫਿਰ ਪ੍ਰਮਾਤਮਾ ਯਾਦ ਆਉਂਦਾ, ਫਿਰ ਸਾਰੀਆਂ ਰਸਨਾਵਾਂ ਇੱਕ ਤੋਂ ਆਉਂਦੀਆਂ, ਬਾਹਰ ਤੋਂ ਫਿਰ ਕੋਈ ਡਿਪੈਂਡੈਂਸੀ ਨਹੀਂ, ਫਿਰ ਬਾਹਰ ਤੋਂ ਕੋਈ ਰਸ ਲਈ ਆਤਮਾ ਭਟਕਦੀ ਨਹੀਂ। ਅੱਜ ਨਾਲ छोटी मुरलिया मातेश्वरी जी के मधुर महावाक्या, परमात्मा की सदगति करने की गत मत परमात्मा ही जानता है ना, तुम्हारी गत में तुम ही जानो। अब ये महिमा किसकी यादगार में गाते हैं? क्योंकि परमात्मा की सदगति करने की जो मत है वो तो परमात्मा ही जानता है, मनुष्य नहीं जान सकता। मनुष्य की सिर्फ ये इच्छा रहती है कि हमको सदा के लिए सुख चाहिए, मगर वो सुख कैसे मिले? हर आत्मा सुख चाहती आ, अंत समय साडी सदगति होवे, पर होवे किद्दां, सुख किद्दां मिले, वो केवल पिता परमात्मा दसदा। बाबा कोल यह सारा ज्ञान आ, बाबा कोल यह समझ आ, करके आप कदी चक्कर विच नहीं आउंदा। जब तक मनुष्य अपने 5 विकारों को भस्म कर कर्म अकर्म नहीं बनाए, तब तक वो सुख मिल नहीं सकता। क्योंकि कर्म अकर्म विकर्म की गति बहुत गहन है, जिसको सिवाय परमात्मा के और कोई मनुष्य आत्मा उसकी गति को नहीं जान सकता। बाबा जान के दसदे आ, इस सृष्टि की कर्म क्षेत्र आ, कर्मां दे आधार ते सानू फल मिलदा। किते साडे कर्म श्रेष्ठ किद्दां होण, किद्दां दे कर्म होण जिहदे नाल साडी सदगति होवे। बाबा जान के दसदे आ कि बच्चे 5 विकार आ ਜਿਹੜੇ ਤੁਹਾਡੇ ਤੋਂ ਵਿਕਰਮ ਕਰਾਉਂਦੇ ਆ। ਕਰਮ ਕੀ ਆ? ਕਰਮ ਤਾਂ ਹਰ ਆਤਮਾ ਕਰਦੀ ਆ, ਪਰ ਜਦੋਂ ਬੋਡੀ ਕੌਨਸ਼ੀਅਸ ਹੋ ਕੇ ਵਿਕਾਰਾਂ ਦੇ ਅਧੀਨ ਹੋ ਕੇ ਆਪਾਂ ਕੋਈ ਕਰਮ ਕਰਦੇ ਆ, ਉਹ ਵੀ ਕਰਮ ਬਣਦਾ ਨਾ, ਜੋ ਆਤਮਾ ਨੂੰ ਫਿਰ ਦੁੱਖ ਦਿੰਦਾ ਆ। जब तक परमात्मा ने वो गति नहीं सुनाई है, तब तक मनुष्यों को जीवन मुक्ति प्राप्त नहीं हो सकती। बाबा आण के जदों सानू मत देण जीवन विच रहना किद्दां आ, जीवन नूं जीना किद्दां आ, विकारां नूं छड्ड के अपने जीवन नूं ਉੱਚਾ किद्दां ਚੱਕਣਾ, तद तक साडी सदगति हो नहीं सकती। बाबा जी आण के समझ दिंदे ना, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਆਤਮਾ ਨੂੰ ਜੀਵਨ ਬੰਧਨ ਬਣਾ ਦਿੱਤਾ, जद कि साडा जीवन मुक्त अवस्था वाला सिगा। इनकी सदगति करने की मत वो परमात्मा के पास है। कैसे कर्मों को अकर्म बनाना है, ये शिक्षा देना परमात्मा का काम है। बाबा आण के अपन किहड़ी शिक्षा दिंदे आ? कर्म करदे होए कर्मां दे प्रभाव तो मुक्त किद्दां रहना। ताइयों परमात्मा नूं कहिंदे ना, आप मुक्त मुक्त करे संसार। मुक्त कोई ये नहीं कि सानू इथों इस दुनिया तो लै जांदे आ तां असीं उपर जाके बैठ जाने आ, नहीं। आत्मा नूं चंगा लगदा आ खेड खेडना। कोई भी बच्चा कदी घर विच बैठ सकदा नहीं, हर बच्चा कहंदा मैं बाहर जाके खेडां, चाहे ओहदी दूजे बच्चों नाल लड़ाई हुंदी होवे, कुछ भी होवे, पर उहनूं खेड चंगी लगदी। इदां कोई भी आत्मा उपर बैठना नहीं चाहुंदी, हर कोई कहंदा सी इत्थे आण के पार्ट प्ले करिए। परमात्मा आपां नूं दसदे आ खेड नूं खेडना किद्दां, कर्म किद्दां करने आ। बाकी मनुष्यों को तो ये ज्ञान नहीं, जिस कारण वो उल्टा कार्य करते रहते हैं। अब मनुष्य का पहला फर्ज है अपने कर्मों को सुधारना, तभी मनुष्य जीवन का पूरा लाभ उठा सकेंगे। परमात्मा ही आण के दसदे ना कि अपने कर्मां नूं सुधारो, किद्दां दे कर्म करो। जे आपां उदां ही रोज शास्त्र पढ़ी जाने आ, कोई जाप करी जाने आ, अपने संस्कारां ते अटेंशन नहीं गी, फिर साडा ਉੱਚਾ ਭਾਗਿਆ ਕਿੱਦਾਂ ਬਣੂਗਾ? ਆਪਾਂ ਵੇਟ ਕਰੀ ਜਾਣੇ परमात्मा ਸਾਡੇ ਤੇ ਰਾਜੀ ਹੋ ਜਾਵੇ, ਸਾਡਾ ਆਹ ਕੰਮ ਕਰ ਦੇਵੇ, ਉਹ ਕਰ ਦੇਵੇ। ਉਹ ਕਰ ਵੀ ਦਊਗਾ, ਪਰ ਸਾਡੇ 'ਚ ਤਾਂ ਤਾਕਤ ਨਹੀਂ ਭਰੀ, ਕਿਉਂਕਿ ਆਪ ਤਾਂ ਚੰਗਾ ਕਰਮ ਕਰਨਾ ਨਹੀਂ ਸਿੱਖਿਆ। परमात्मा ਆਣ ਕੇ ਸਾਨੂੰ ਕਰਮ ਹੀ ਸ੍ਰੇਸ਼ਟ ਕਰਨਾ ਸਿਖਾ ਦਿੰਦੇ ਆ। ਜੋ ਆਪਾਂ ਕਹਿੰਦੇ ਨਾ ਤੁਮਰੀ ਕਿਰਪਾ ਤੇ ਸੁੱਖ ਘਨੇਰੇ, ਉਹ ਕਿਹੜੀ ਕਿਰਪਾ ਕਰਦਾ ਜਿਹਦੇ ਨਾਲ ਸਾਡੇ ਸੁੱਖ ਘਨੇਰੇ ਹੋ ਜਾਂਦੇ? ਬਾਬਾ ਆਪਾਂ ਨੂੰ ਚੰਗੇ ਕਰਮ ਕਰਨਾ ਸਿਖਾ ਦਿੰਦੇ, ਆਤਮਾ 'ਚ ਇੰਨੀ ਤਾਕਤ ਭਰ ਦਿੰਦੇ, ਸਮਝ ਦੇ ਦਿੰਦੇ ਕਿ ਆਤਮਾ ਹਰ ਕਰਮ ਨੂੰ ਚੰਗਾ ਕਰਨਾ ਸਿੱਖ ਜਾਂਦੀ, ਸ੍ਰੇਸ਼ਟ ਬਣਾਉਣਾ ਸਿੱਖ ਜਾਂਦੀ। ਅੱਛਾ, ਓਮ ਸ਼ਾਂਤੀ। ਆਪਣੀ ਮੁਰਲੀ ਪੂਰੀ ਹੋਈ ਆ। ਥੋੜੀ ਦੇਰ ਸਾਇਲੈਂਸ ਵਿੱਚ ਸਾਰੀ ਮੁਰਲੀ ਨੂੰ ਅੰਦਰ ਸਮਾਉਂਦੇ, ਧਾਰਨ ਕਰ ਲੈਂਦੇ। ਮਸਤਕ ਤੇ ਦੇਖਦੇ, ਮੈਂ ਆਤਮਾ ਚਮਕਦੀ ਹੋਈ ਜੋਤੀ, ਪਿਓਰ એનર્ਜੀ ਹਾਂ।
ਸਦਾ ਖੁਸ਼ੀਆਂ ਦੀ ਖੁਰਾਕ ਖਾਣੇ ਵਾਲੀ ਸਦਾ ਸੰਤੁਸ਼ਟ ਆਤਮਾ ਹਾਂ। ਪਰਮਾਤਮਾ ਪਿਤਾ ਜੋ ਇੰਨਾ ਸੋਹਣਾ ਸਸਤਾ ਵਪਾਰ ਲੈ ਕੇ ਆਇਆ, ਸਾਨੂੰ ਸਾਡੇ ਤੋਂ ਸਾਰਾ ਕੱਖਪਨ ਲੈ ਕੇ ਸਾਨੂੰ ਗਿਆਨ ਰਤਨਾਂ ਨਾਲ ਸ਼ਿੰਗਾਰਦੇ, ਅਸੀਂ ਆਪਣੀ ਬੁੱਧੀ ਵਿੱਚ ਗਿਆਨ ਰਤਨਾਂ ਨੂੰ ਭਰਦੇ ਜਾਂਦੇ, ਆਪਣੇ ਅੰਦਰ ਧਾਰਨ ਕਰਕੇ ਫਿਰ ਸਾਰਿਆਂ ਨੂੰ ਵੰਡਦੇ। ਇਹ ਸੱਚਾ ਸੌਦਾ ਅਸੀਂ ਬਾਬਾ ਨਾਲ ਇਸ ਸਮੇਂ ਕਰਦੇ, ਤੇ ਇਹੀ ਸਮਾਂ ਆ ਜਦੋਂ ਅਸੀਂ ਆਪਣਾ ਊਚ ਭਾਗਿਆ ਬਣਾ ਲੈਂਦੇ ਹਰ ਜਨਮ ਦੇ ਲਈ। ਤੇ ਬਾਬਾ ਨੇ ਜੋ ਵਸ਼ੀਕਰਨ ਮੰਤਰ ਦਿੱਤਾ, ਮਾਮੇਕਮ ਮਨ ਮਨਾ ਭਵ, ਮਨ ਨੂੰ ਮਨਾ ਕੇ ਇੱਕ ਬਾਬਾ ਨਾਲ ਲਾਉਂਦੇ, ਇੱਕ ਨੂੰ ਯਾਦ ਕਰਦੇ ਤੇ ਇੱਕ ਰਸ ਹੋ ਕੇ ਰਹਿੰਦੇ। ਓਮ ਸ਼ਾਂਤੀ। ਥੈਂਕ ਯੂ ਬਾਬਾ।